ਸੰਖੇਪ ਦੇ ਵਿੱਚ ਦੱਸ ਦਿਓ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਹੁੰਦਾ ਕੀ ਹੈ। ਹਜ਼ਾਰਾਂ ਤਰ੍ਹਾਂ ਦੀਆਂ ਵੰਨਗੀਆਂ ਆਪਾਂ ਕਹਿ ਸਕਦੇ ਕਿ ਹਜ਼ਾਰਾਂ ਤਰ੍ਹਾਂ ਦੀਆਂ ਵੰਨਗੀਆਂ ਜਿਹੜੀਆਂ ਮਿਲਾ ਕੇ ਤੇ ਇੱਕ ਜਿਹੜਾ ਵਾ ਉਹ ਭਾਰਤ ਦੀ ਇੱਕ ਮਾਲਾ ਰੂਪੀ ਜਿਹੜਾ ਦੇਸ਼ ਬਣਦਾ ਵਾ। ਇਹ ਪੋਸੀਬਲ ਨਹੀਂ ਹੈਗਾ ਕਿ ਯੂਨੀਫਾਰਮ ਜਿਹੜਾ ਸਿਵਲ ਕੋਡ ਜਿਹੜਾ ਉਹ ਲਾਗੂ ਕੀਤਾ ਜਾ ਸਕੇ। ਖਾਸ ਕਰਕੇ ਘੱਟ ਗਿਣਤੀਆਂ ਨੂੰ ਦਬਾਉਣ ਵਾਸਤੇ ਇੱਕ ਹਥਿਆਰ ਦੇ ਵਜੋਂ ਅਸੀਂ ਇਹਨੂੰ ਕਹਿ ਸਕਦੇ ਹਾਂ। ਇਹਨਾਂ ਦੀ ਭਾਵਨਾ ਉਹ ਨਹੀਂ ਜਿਹੜਾ ਇਹ ਦਿਖਾ ਰਹੇ ਨੇ। ਜਿਹੜਾ ਇਹਨਾਂ ਦਾ ਇਸ ਟਾਈਮ 'ਤੇ ਜਿਹੜਾ ਮੇਨ ਏਜੰਡਾ ਜਾਂ ਮੇਨ ਟਾਰਗੇਟ ਆ ਉਹ ਮੁਸਲਿਮ ਕਮਿਊਨਿਟੀ ਆ, ਕਿਉਂਕਿ ਪਹਿਲਾਂ ਹੀ ਇਹਨਾਂ ਨੇ ਬੁੱਧ ਧਰਮ ਅਤੇ ਜੈਨ ਧਰਮ ਨੂੰ ਹਿੰਦੂ 'ਚ ਰਲਾ ਲਿਆ। ਸਾਨੂੰ ਵੀ ਕਾਫੀ ਹੱਦ ਤੱਕ ਡਿਲਿਊਟ ਕਰਤਾ, ਕਿਉਂਕਿ ਇਹਨਾਂ ਨੇ ਤਾਂ ਆਪਣੀ ਰਾਜਨੀਤੀ ਕਰਨੀ ਹੈ। ਇਹਨਾਂ ਨੂੰ ਦੇਸ਼ ਦੀ ਇਕਨੋਮਿਕ ਡਿਵੈਲਪਮੈਂਟ ਦਾ ਕੋਈ ਏਜੰਡਾ ਹੈਗਾ ਤਾਂ ਤੁਸੀਂ ਉਸ ਗੱਲ ਨੂੰ ਮੁੱਖ ਏਜੰਡਾ ਬਣਾ ਕੇ ਤੁਰਨ ਰਹੇ ਹੋ ਜਿਹਦੇ ਨਾਲ ਦੇਸ਼ ਨੂੰ ਕੋਈ ਪ੍ਰਾਪਤੀ ਨਹੀਂ ਹੋਣੀ। ਅਤੇ ਇਹ ਜਿਹੜਾ ਵਾ ਇਹ ਘੱਟ ਗਿਣਤੀਆਂ ਦੇ ਇੱਕ ਵਾਰ ਸਾਬਤ ਹੋਏਗਾ। ਇਹ ਕਿਉਂਕਿ ਭਾਜਪਾ ਦਾ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ। ਇਹਨਾਂ ਦਾ ਤਾਂ ਹੈਗਾ ਦੰਗਾ ਕਰੋ ਅਤੇ ਵੋਟਾਂ ਪ੍ਰਾਪਤ ਕਰੋ। ਜੇ ਸਮਾਜ ਦਾ ਭਲਾ ਹੁੰਦਾ ਤਾਂ ਉਹ ਕਰਨਾ ਚਾਹੀਦਾ ਹੁਣ, ਪਰ ਇਹਨਾਂ ਦਾ ਏਜੰਡਾ ਜਿਹੜਾ ਉਹ ਪਬਲਿਕ ਵੈਲਫੇਅਰ ਨਹੀਂ ਹੈਗਾ, ਲੋਕਾਂ ਦੀ ਵੈਲਫੇਅਰ ਨਹੀਂ ਹੈਗਾ। ਕਿਉਂਕਿ ਇਹ ਲੋਕ ਪੁੱਠੇ ਦਿਮਾਗ ਦੇ ਨੇ, ਇਹ ਦੰਗੇ ਕਰਾ ਸਕਦੇ ਆ। ਉਹ ਇਹਨਾਂ ਨੀਅਤ ਅਤੇ ਨੀਤੀ 'ਚ ਫਰਕ ਆ। ਇਹਨਾਂ ਦੀ ਭਾਵਨਾ ਤਾਂ ਹੈਗੀ ਆ ਆਪਣੇ ਦੇਸ਼ ਨੂੰ ਵੰਡਣ ਦੀ, ਲੋਕਾਂ ਨੂੰ ਉਹ ਜਿਹੜੀਆਂ ਹਿੰਦੂ ਵੋਟਾਂ ਪੋਲਰਾਈਜ਼ ਕਰਨ ਦੀ, ਅਤੇ ਮੁਸਲਿਮ ਅਤੇ ਦੂਜੀਆਂ ਘੱਟ ਗਿਣਤੀਆਂ ਦੂਜੇ ਬਣੇ ਹੋ ਜਾਣ। ਜਿੰਨਾ ਮਰਜ਼ੀ ਇਤਿਹਾਸ ਬਦਲ ਲੈਣ, ਇਹ ਸਾਡੇ ਸ਼ਹੀਦਾਂ ਦੇ ਨਾਂ ਨਹੀਂ ਖਤਮ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖਣ ਵਾਲੀਆਂ ਸਾਰੀਆਂ ਸੰਗਤਾਂ ਦਾ ਸਵਾਗਤ ਕਰਦੇ ਹਾਂ। ਸਾਧ ਸੰਗਤ ਜੀ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪੂਰੇ ਭਾਰਤ ਦੇ ਵਿੱਚ ਇੱਕ ਚਰਚਾ ਜਿਹੜੀ ਇਸ ਵੇਲੇ ਸਭ ਤੋਂ ਜ਼ਿਆਦਾ ਚੱਲਦੀ ਪਈ ਹੈ, ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਚੱਲਦੀ ਪਈ ਹੈ। ਜਦੋਂ ਅਸੀਂ ਪੰਜਾਬ ਦੇ ਸੰਦਰਭ ਦੇ ਵਿੱਚ ਦੇਖੀਏ ਜਾਂ ਅਸੀਂ ਸਿੱਖਾਂ ਦੇ ਸੰਦਰਭ ਦੇ ਵਿੱਚ ਦੇਖੀਏ ਤਾਂ ਮਸਲਾ ਜਿਹੜਾ ਗੰਭੀਰਤਾ ਦੇ ਨਾਲ ਵਾਚਣਾ ਬਣਦਾ ਹੈ, ਕਿਉਂਕਿ ਇੱਥੇ ਇਹ ਮੰਨਿਆ ਜਾ ਰਿਹਾ ਹੈ ਕਿ ਜੇ ਭਾਰਤ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਹੋ ਜਾਂਦਾ ਵੈ ਤਾਂ ਇਹਦੇ ਨਾਲ ਜਿਹੜੀਆਂ ਘੱਟ ਗਿਣਤੀਆਂ ਨੇ, ਚਾਹੇ ਉਹਦੇ ਵਿੱਚ ਸਿੱਖ ਭਾਈਚਾਰੇ ਦੀ ਗੱਲ ਕਰੀਏ, ਚਾਹੇ ਮੁਸਲਿਮ ਭਾਈਚਾਰੇ ਦੀ ਗੱਲ ਕਰੀਏ, ਜਾਂ ਜਿਹੜੇ ਬਹੁ ਗਿਣਤੀ ਵੀ ਨੇ ਉਹਨਾਂ ਦੇ, ਜਦੋਂ ਅਸੀਂ ਡਿਫਰੈਂਟ ਜਿਹੜੇ ਕਲਚਰਸ ਨੇ ਉਹਨਾਂ ਦੀ ਗੱਲ ਕਰੀਏ, ਕਿਤੇ ਨਾ ਕਿਤੇ ਉਹਦੇ ਉੱਪਰ ਇਹ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਹਮਲਾ ਕਰ ਸਕਦਾ ਵੈ। ਆਖਿਰ ਕੀ ਹੈ ਯੂਨੀਫਾਰਮ ਕੋਡ ਸਿਵਲ ਕੋਡ, ਕੀ ਇਸ ਦੇ ਵਿੱਚ ਕਵਰ ਹੁੰਦਾ ਵੈ? ਕੀ ਅਸੀਂ ਦੇਖਾਂਗੇ ਕਿ ਇਸ ਦਾ ਯੂਨੀਫਾਰਮ ਸਿਵਲ ਕੋਡ ਦਾ ਲਿੰਕ ਸਿਰਫ ਵਿਆਹ ਸ਼ਾਦੀਆਂ ਤੱਕ ਨਹੀਂ ਹੈ, ਬਲਕਿ ਵਿਆਹ ਸ਼ਾਦੀਆਂ ਦੇ ਨਾਲ ਜਿਹੜੇ ਸੰਬੰਧਿਤ ਹੋਰ ਰਿਸ਼ਤੇ ਨੇ, ਚਾਹੇ ਉਹਦੇ ਵਿੱਚ ਅਸੀਂ ਅਡੋਪਸ਼ਨ ਦੀ ਗੱਲ ਕਰੀਏ, ਚਾਹੇ ਉਹਦੇ ਵਿੱਚ ਅਸੀਂ ਜ਼ਮੀਨਾਂ ਦੀ ਵੰਡ ਵੰਡਾਈ ਦੀ ਗੱਲ ਕਰੀਏ, ਚਾਹੇ ਅਸੀਂ ਉਹਦੇ ਵਿੱਚ ਜਿਹੜੀ ਹੈ ਹੋਰ ਕਿਸੇ ਵੀ ਤਰ੍ਹਾਂ ਦੀ ਗੱਲ ਕਰੀਏ, ਜਿਹੜੇ ਵਿਆਹ ਦੇ ਨਾਲ ਸੰਬੰਧਿਤ ਝਗੜੇ ਨੇ ਉਹਨਾਂ ਦੀ ਗੱਲ ਕਰੀਏ, ਉਹਨਾਂ ਦੇ ਉੱਪਰ ਜਿਹੜਾ ਕਾਨੂੰਨ ਹੈ ਕੀ ਆਖਰ ਇਹ ਸਿੱਖਾਂ ਨੂੰ ਜਾਂ ਜਿਹੜਾ ਘੱਟ ਗਿਣਤੀਆਂ ਨੂੰ ਕਿਸ ਤਰ੍ਹਾਂ ਜਿਹੜਾ ਪ੍ਰਭਾਵਿਤ ਕਰੇਗਾ? ਗੱਲਬਾਤ ਦੇ ਲਈ ਸਾਡੇ ਨਾਲ ਐਡਵੋਕੇਟ ਜਸਵੀਰ ਸਿੰਘ ਜੀ ਜੰਮੂ ਸਾਹਿਬ ਨੇ, ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਵਕੀਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਸਵਾਗਤ ਜੀ। ਸਾਰੇ ਅਕਾਲ ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ। ਵਕੀਲ ਸਾਹਿਬ, ਜੇ ਆਪਾਂ ਗੱਲ ਕਰੀਏ ਯੂਨੀਫਾਰਮ ਸਿਵਲ ਕੋਡ ਦੀ, ਸੰਖੇਪ ਦੇ ਵਿੱਚ ਦੱਸ ਦਿਓ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਹੁੰਦਾ ਕੀ ਹੈ? ਇਹ ਦੇਖੋ ਜੀ, ਇਹਦੀ ਜਿਹੜੀ ਆਪਾਂ ਪਰਿਭਾਸ਼ਾ ਇਹ ਆ ਕਿ ਸਾਰੇ ਦੇਸ਼ ਦੇ ਵਿੱਚ ਇੱਕ ਕਾਨੂੰਨ, ਇੱਕ ਸਮਾਨ ਕਾਨੂੰਨ ਹੋਵੇ ਫਾਰ ਆਲ ਦਾ ਸਿਟੀਜ਼ਨ, ਸਾਰੇ ਨਾਗਰਿਕਾਂ ਤੇ ਇੱਕੋ ਹੀ ਕਾਨੂੰਨ ਲਾਗੂ ਹੋਵੇ, ਉਹਨੂੰ ਯੂਨੀਫਾਰਮ ਜਿਹੜਾ ਸਿਵਲ ਕੋਡ ਕਿਹਾ ਜਾਂਦਾ ਹੈ। ਕੀ ਆਪਾਂ ਜ਼ਮੀਨੀ ਪੱਧਰ ਦੇ ਵਿੱਚ ਦੇਖੀਏ ਜਾਂ ਪ੍ਰੈਕਟੀਕਲੀ ਦੇਖੀਏ ਤਾਂ ਇਹ ਪੋਸੀਬਲ ਹੈਗਾ ਵਾ ਕਿ ਸਾਰੇ ਜਿਹੜੇ ਨਾਗਰਿਕ ਨੇ ਉਹਨਾਂ ਦੇ ਉੱਪਰ ਜਿਹੜਾ ਵਾ ਇੱਕ ਸਾਂਝਾ ਕਾਨੂੰਨ ਹੈ ਉਹ ਲਾਗੂ ਕੀਤਾ ਜਾ ਸਕਦਾ ਹੋਵੇ? ਦੇਖੋ, ਇਹ ਹਿੰਦੁਸਤਾਨ ਜਿੱਥੇ ਵੱਖ-ਵੱਖ ਬੋਲੀਆਂ, ਵੱਖ-ਵੱਖ ਜਿਹੜਾ ਵਾ ਕਲਚਰ ਆ, ਸੱਭਿਆਚਾਰ ਆ, ਵੱਖ-ਵੱਖ ਜਿਹੜੇ ਧਰਮਾਂ ਜਾਤਾਂ ਦਾ ਬਣਿਆ ਦੇਸ਼ ਆ। ਹਰ 5 ਕਿਲੋਮੀਟਰਾਂ 'ਤੇ ਜਾ ਕੇ ਸਾਡੀ ਭਾਸ਼ਾ ਬਦਲ ਜਾਂਦੀ ਹੈ। ਠੀਕ ਆ, ਹਜ਼ਾਰਾਂ ਭਾਸ਼ਾਵਾਂ ਨੇ ਇਸ ਦੇ ਵਿੱਚ, ਹਜ਼ਾਰਾਂ ਕਬੀਲੇ ਨੇ, ਹਜ਼ਾਰਾਂ ਤਰ੍ਹਾਂ ਦੀਆਂ ਵੰਨਗੀਆਂ ਆਪਾਂ ਕਹਿ ਸਕਦੇ ਕਿ ਹਜ਼ਾਰਾਂ ਤਰ੍ਹਾਂ ਦੀਆਂ ਵੰਨਗੀਆਂ ਜਿਹੜੀਆਂ ਮਿਲਾ ਕੇ ਤੇ ਇੱਕ ਜਿਹੜਾ ਵਾ ਉਹ ਭਾਰਤ ਦੀ ਇੱਕ ਮਾਲਾ ਰੂਪੀ ਜਿਹੜਾ ਦੇਸ਼ ਬਣਦਾ ਵਾ। ਅਤੇ ਇਹ ਪੋਸੀਬਲ ਨਹੀਂ ਹੈਗਾ ਕਿ ਯੂਨੀਫਾਰਮ ਜਿਹੜਾ ਸਿਵਲ ਕੋਡ ਜਿਹੜਾ ਉਹ ਲਾਗੂ ਕੀਤਾ ਜਾ ਸਕੇ। ਇਹ ਜਿਹੜਾ ਵਾ ਇਹਦੇ ਨਾਲ ਲੋਕਾਂ ਦੇ ਜਿਹੜੇ ਕਸਟਮ ਨੇ ਵੱਖ-ਵੱਖ, ਖਾਸ ਕਰਕੇ ਘੱਟ ਗਿਣਤੀਆਂ ਨੂੰ ਦਬਾਉਣ ਵਾਸਤੇ ਇੱਕ ਹਥਿਆਰ ਦੇ ਵਜੋਂ ਅਸੀਂ ਇਹਨੂੰ ਕਹਿ ਸਕਦੇ ਹਾਂ। ਇਹਨਾਂ ਦੀ ਭਾਵਨਾ ਉਹ ਨਹੀਂ ਜਿਹੜਾ ਇਹ ਦਿਖਾ ਰਹੇ ਨੇ। ਕਿਉਂਕਿ ਜਦੋਂ ਆਪਾਂ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਗੱਲ ਕਰੀਏ ਤਾਂ ਅਜੇ ਤੱਕ ਜਿਹੜਾ ਬਿੱਲ ਦਾ ਡਰਾਫਟ ਹੈ ਉਹ ਜਿਹੜਾ ਵਾ ਸਾਹਮਣੇ ਨਹੀਂ ਆਇਆ।
ਕਿ ਆਖਰ ਉਸ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਉਹਦੇ ਵਿੱਚ ਹੈ ਕੀ ਹੈ। ਪਰ ਸਰਕਾਰ ਦੇ ਪੱਖ ਤੋਂ ਦੇਖੀ ਤਾਂ ਸਰਕਾਰ ਦੇ ਜਿਹੜੇ ਕਦਮ ਨੇ ਜਾਂ ਸਰਕਾਰ ਦੀ ਗੱਲਬਾਤ ਉਹ ਕਾਹਲੀ ਵਿੱਚ ਲੱਗਦੀ ਪਈ ਕਿ ਜਲਦੀ ਹੀ ਅਸੀਂ ਕਰ ਦਈਏ। ਕਿਉਂਕਿ ਅਸੀਂ ਜਦੋਂ ਭਾਜਪਾ ਦੀ ਗੱਲ ਕਰੀਏ ਤਾਂ 3 ਏਜੰਡੇ ਲੈ ਕੇ ਭਾਜਪਾ ਚੱਲੀ ਸੀ। ਧਾਰਾ 370 ਉਹ ਉਹਨੂੰ ਖਤਮ ਕਰ ਚੁੱਕੇ ਨੇ। ਰਾਮ ਮੰਦਿਰ ਦਾ ਮਸਲਾ ਵੀ ਕਿਤੇ ਨਾ ਕਿਤੇ ਹੱਲ ਹੋ ਚੁੱਕਿਆ ਜਾਂ ਖਤਮ ਹੋ ਚੁੱਕਿਆ ਵੈ। ਉਸ ਤੋਂ ਬਾਅਦ ਤੀਜਾ ਯੂਨੀਫਾਰਮ ਸਿਵਲ ਕੋਡ ਸੀ, ਆਰਟੀਕਲ 44 ਦੀ ਉਹ ਦੁਹਾਈ ਦਿੰਦੇ ਨੇ। ਦੇਖੋ ਸਾਡੀ ਜਿਹੜੇ ਲੋਕਤੰਤਰ ਆ ਉਹਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਜਾਂ ਸੱਤਾਧਾਰੀ ਪਾਰਟੀਆਂ ਆਪਾਂ ਕਹਿ ਲਈਏ, ਉਹਨਾਂ ਦੀ ਹਰ ਜਿਹੜੀ ਉਹ ਐਕਟ ਕਰਦੇ ਨੇ, ਕੰਮ ਕਰਦੇ ਨੇ, ਕੋਈ ਵੀ ਕਾਰਵਾਈ ਕਰਦੇ ਨੇ ਤੇ ਉਹਨਾਂ ਦਾ ਧਿਆਨ ਵੋਟਾਂ ਵੱਲ ਹੁੰਦਾ ਕਿ ਵੋਟਰਾਂ ਨੂੰ ਕਿਵੇਂ ਲੁਭਾਉਣਾ। ਔਰ ਇਸੇ ਸੰਦਰਭ ਦੇ ਵਿੱਚ ਹੀ ਆਪਾਂ ਵੇਖੀਏ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਆ ਇਹ ਲਿਆਤ ਰਿਹਾ ਕਿ ਅਸੀਂ ਸੰਵਿਧਾਨ ਦੀ ਧਾਰਾ 44 ਵਿੱਚ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਆ ਉਹਦੇ ਵਿੱਚ ਇਹ ਲਿਖਿਆ ਗਿਆ ਵਾ ਕਿ ਸਰਕਾਰ ਕੋਸ਼ਿਸ਼ ਕਰੇਗੀ ਕਿ ਦੇਸ਼ ਦੇ ਵਿੱਚ ਇੱਕ ਕਾਨੂੰਨ ਲਾਗੂ ਹੋਵੇ। ਪਰ ਇਹ ਸੰਭਵ ਨਹੀਂ ਗਾ। ਹੁਣ ਇਹ ਕਹਿਣ ਤੇ ਇਹ ਡਿਆ ਕਿ ਅਸੀਂ ਸੰਵਿਧਾਨ ਦੀ ਜਿਹੜੀ ਭਾਵਨਾ ਵਾ ਉਹਨੂੰ ਬਚਾਉਣ ਵਾਸਤੇ, ਸੰਵਿਧਾਨ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਾਸਤੇ ਜਿਹੜਾ ਵਾ ਉਹ ਅਸੀਂ 44 ਦੇ ਹਿਸਾਬ ਨਾਲ ਅਸੀਂ ਕੰਮ ਕਰ ਰਹੇ ਹਾਂ, ਆਰਟੀਕਲ 44 ਦੇ ਹਿਸਾਬ ਨਾਲ। ਪਰ ਇਹਨਾਂ ਦਾ ਜਿਹੜਾ ਏਜੰਡਾ ਹੈ, ਖਾਸ ਕਰਕੇ ਭਾਜਪਾ ਦਾ ਏਜੰਡਾ ਜਿਹੜਾ ਵਾ, ਭਾਜਪਾ ਹਮੇਸ਼ਾ ਹੀ, ਜੇ ਇਹਨਾਂ ਤੁਸੀਂ RSS ਦਾ ਸੰਵਿਧਾਨ ਪੜ੍ਹ ਲਓ ਤੇ ਇਹ ਉਹਨਾਂ ਤੋਂ ਤਾਂ ਮਨੂ ਸਮ੍ਰਿਤੀਆਂ ਵਾਲੀ ਗੱਲ ਕਰਦੇ ਆ। ਉਹ ਵੀ ਜਿਹੜੇ ਆ ਨਾ ਗਾਂਧੀ ਨੂੰ ਮੰਨਦੇ ਆ, ਹਾਂਜੀ, ਉਹ ਤਾਂ ਵੀਰ ਸਾਵਰਕਰ ਨੂੰ ਮੰਗਦੇ ਜਿਹਨੇ 11 ਮਾਫੀਆਂ ਮੰਗੀਆਂ ਸੀ। ਅੱਜ ਉਹ ਭਗਤ ਸਿੰਘ ਇਹਨਾਂ ਦਾ ਸ਼ਹੀਦ ਨਹੀਂ ਗਾ, ਭਗਤ ਸਿੰਘ ਇਹਨਾਂ ਦਾ ਫਰੀਡਮ ਫਾਈਟਰ ਨਹੀਂ। ਇਹਨਾਂ ਦਾ ਫਰੀਡਮ ਫਾਈਟਰ ਜਿਹੜਾ ਵਾ ਉਹ ਨੰਬਰ 1 ਤੇ ਵੀਰ ਸਾਵਰਕਰ ਆ। ਤੇ ਉਹਦਾ ਇਤਿਹਾਸ ਵੇਖ ਲਓ, 11 ਮਾਫੀਆਂ ਮੰਗ ਕੇ ਅੰਗਰੇਜ਼ਾਂ ਕੋਲੋਂ ਤੇ ਉਹ ਫਿਰ ਉਹ ਉਥੋਂ ਕਾਲੇ ਪਾਣੀ 'ਚੋਂ ਆਇਆ ਸੀਗਾ, ਉਹਨੂੰ ਮਾਫੀ ਦਿੱਤੀ ਉਹਨਾਂ ਫਿਰ, ਠੀਕ ਹੈ ਨਾ। ਤੇ ਇਹੋ ਜਿਹੇ ਲੋਕ ਤੇ ਇਹਨਾਂ ਦੇ ਸ਼ਹੀਦ ਨੇ। ਇਹਨਾਂ ਵਾਸਤੇ ਊਧਮ ਸਿੰਘ ਜਾਂ ਭਗਤ ਸਿੰਘ ਉਹਨਾਂ ਦੀਆਂ ਕੁਰਬਾਨੀਆਂ ਜ਼ਿਆਦਾ ਮਾਇਨੇ ਨਹੀਂ ਰੱਖਦੀਆਂ ਨਾ, ਕਿਉਂਕਿ ਇਹ ਜਿਹੜੇ ਆ ਇਹ ਜੇ ਤੁਸੀਂ ਪਿਛਾਂਹ ਜਾਓਗੇ ਤੇ ਜਿਹੜੀ ਇਹਨਾਂ ਦੀ ਜਿਹੜੀ ਆ ਭਾਜਪਾ ਦੀ ਜਿਹੜੀਆਂ ਪੇਰੈਂਟ ਬਾਡੀਆਂ ਨੇ ਪੁਰਾਣੀਆਂ, ਇਹ ਪ੍ਰੋ ਬ੍ਰਿਟਿਸ਼ਰ ਨੇ। ਇਹ ਸਾਨੂੰ ਵੇਖਣ ਦੀ ਲੋੜ ਆ ਕਿ ਇਹ ਲੋਕ ਕਦੀ ਨਾ ਦੇਸ਼ ਦੀ ਆਜ਼ਾਦੀ ਵਾਸਤੇ ਨਾ ਕੰਮ ਕੀਤਾ। ਇਹ ਅੰਗਰੇਜ਼ਾਂ ਦੇ ਪਿੱਠੂ ਸਨ। ਜਿੰਨੇ ਵੀ RSS ਵਾਲੇ ਜਿੰਨੇ ਪੁਰਾਣੇ ਸੀਗੇ ਇਹ ਅੰਗਰੇਜ਼ਾਂ ਦੇ ਪਿੱਠੂ ਸਨ। ਇਹ ਕਦੀ ਅੰਗਰੇਜ਼ਾਂ ਨਾਲ ਲੜੇ ਨਹੀਂ, ਨਾ ਇਹਨਾਂ ਦਾ ਫਰੀਡਮ ਸਟਰਗਲ ਦੇ ਵਿੱਚ ਕੋਈ ਇਹਨਾਂ ਦਾ ਰੋਲ ਹੈਗਾ। ਤੁਸੀਂ ਵੇਖ ਲਓ ਕਾਲੇ ਅੰਡੇਮਾਨ ਦੀ ਸੈਲੂਲਰ ਜੇਲ੍ਹ ਦੇ ਬਾਹਰ ਵੇਖ ਲਓ ਕਿੰਨੇ ਭਾਜਪਾ ਦੇ ਜਿਹੜੇ RSS ਦੇ ਬੰਦਿਆਂ ਦੇ ਜਿਹਨਾਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਤੇ ਉਧਰੋਂ ਸਾਡੀਆਂ ਪੰਜਾਬ ਵਾਲਿਆਂ ਦੇ ਵੇਖ ਲਓ ਕਿ ਸਾਡੀਆਂ ਕਿੰਨੀਆਂ ਸ਼ਹੀਦੀਆਂ। ਸਾਡਾ ਰੋਲ ਜਿਹੜਾ ਫਰੀਡਮ ਸਟਰਗਲ ਵਿੱਚ ਆ ਇਹ ਉਹਨੂੰ ਕਾਲਾ ਕਰਨਾ ਚਾਹੁੰਦੇ ਆ। ਮਤਲਬ ਅਸੀਂ ਸਿੱਖ ਹਾਂ, ਘੱਟ ਗਿਣਤੀ ਆ, ਤੇ ਇਸ ਸੁਹਾਗੇ ਦੇ ਨਾਲ, ਇਸ UCC ਦੇ ਨਾਲ, ਯੂਨੀਫਾਰਮ ਸਿਵਲ ਕੋਡ ਦੇ ਨਾਲ ਇਹਨਾਂ ਦੀ ਕੁਝ ਹੀ ਹਰਕਤ ਆ ਕਿ ਜਿਹੜੀਆਂ ਘੱਟ ਗਿਣਤੀਆਂ ਉਹਨਾਂ ਨੂੰ ਦਬਿਆ ਜਾਵੇ। ਉਹਨਾਂ ਦੇ ਜਿਹੜੇ ਕਸਟਮ ਨੇ, ਉਹਨਾਂ ਦੇ ਸ਼ਾਨਦਾਰ ਰਵਾਇਤਾਂ ਨੇ, ਉਹਨਾਂ ਨੂੰ ਖਤਮ ਕਰਕੇ ਤੇ ਇੱਕ ਸੁਹਾਗੇ ਦੇ ਨਾਲ ਜਿਹੜਾ ਪੱਧਰਾ ਕੀਤਾ ਜਾਵੇ। ਤੇ ਇੱਕ ਏਜੰਡਾ ਗੁਪਤ ਇਹਨਾਂ ਦਾ ਵਾ ਕਿ ਅਸੀਂ ਦੇਸ਼ ਦੇ ਵਿੱਚ ਵਾਹਵਾ ਖੱਟਣੀ ਆ। ਇਹ ਯੂਨੀਫਾਰਮ ਸਿਵਲ ਕੋਡ ਨਹੀਂ, ਇਹ ਜਿਸ ਤਰ੍ਹਾਂ ਪਹਿਲਾਂ ਹਿੰਦੂ ਮੈਰਿਜ ਐਕਟ ਬਣਿਆ, ਹਿੰਦੂ ਸਕਸੈਸ਼ਨ ਐਕਟ ਬਣਿਆ, ਉਸੇ ਤਰ੍ਹਾਂ ਹੀ ਇਹਨਾਂ ਨੇ ਉਹਨੂੰ ਪਾਣ ਉਹ ਚਾੜ੍ਹਦੀਆਂ, ਆਪਣੀਆਂ ਰਵਾਇਤਾਂ ਨੂੰ ਬਚਾਉਣ ਦੀ ਪਾਣ ਚਾੜ੍ਹਦੀਆਂ, ਤੇ ਦੂਜੀਆਂ ਦੀਆਂ ਜਿਹੜੀਆਂ ਸ਼ਾਨਦਾਰ ਰਵਾਇਤਾਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਉਹਨਾਂ ਨੂੰ ਖਤਮ ਕਰਨਾ, ਇਹ ਇਹਨਾਂ ਦਾ ਏਜੰਡਾ ਵਾ। ਆਪਾਂ ਜੀ ਗੱਲ ਕਰੀਏ ਯੂਨੀਫਾਰਮ ਸਿਵਲ ਕੋਡ ਦੀ, ਤੁਸੀਂ ਗੱਲ ਕਰ ਦਿੱਤੀ ਹਿੰਦੂ ਮੈਰਿਜ ਐਕਟ ਦੀ। ਉਸੇ ਹਿੰਦੂ ਮੈਰਿਜ ਐਕਟ ਦੀਆਂ ਜਿਹੜੀਆਂ ਕੁਝ ਪ੍ਰੋਵੀਜ਼ਨ ਨੇ, ਇਹ ਗੱਲ ਕਹਿੰਦੇ ਨੇ ਆਪਣੇ ਕਾਨੂੰਨ ਦੀ ਭਾਸ਼ਾ ਵਿੱਚ ਉਹਨੂੰ ਸਪਿੰਡਾ ਰਿਲੇਸ਼ਨਸ਼ਿਪ ਜਾਂ ਡਿਗਰੀ ਆਫ ਪ੍ਰੋਹਿਬਿਟਡ ਰਿਲੇਸ਼ਨਸ਼ਿਪ ਦਾ ਉਹ ਨਾਮ ਦਿੰਦੇ ਨੇ। ਜਦ ਕਿ ਮੁਸਲਮਾਨਾਂ ਦੇ ਵਿੱਚ ਸਪਿੰਡਾ ਰਿਲੇਸ਼ਨਸ਼ਿਪ, ਮਤਲਬ ਸਪਿੰਡਾ ਰਿਲੇਸ਼ਨਸ਼ਿਪ ਦੀ ਆਪਾਂ ਗੱਲ ਕਰ ਲਈਏ ਕਿ ਉਹਦੇ ਮੁਤਾਬਿਕ ਕੋਈ ਵੀ ਆਪਣੀ ਜਿਹੜਾ ਵਾ ਫਾਦਰ ਸਾਈਡ ਤੋਂ 5 ਪੀੜ੍ਹੀਆਂ ਤੇ ਮਦਰ ਸਾਈਡ ਤੋਂ 3 ਪੀੜ੍ਹੀਆਂ ਤੱਕ ਮੈਰਿਜ ਨਹੀਂ ਕਰ ਸਕਦਾ। ਤੇ ਪ੍ਰੋਹਿਬਿਟਡ ਡਿਗਰੀ ਰਿਲੇਸ਼ਨਸ਼ਿਪ ਦੀ ਆਪਾਂ ਗੱਲ ਕਰੀਏ ਤਾਂ ਉਸ ਦੇ ਵਿੱਚ ਹੁੰਦਾ ਕਿ ਜਿਹੜੇ ਨੇੜੇ ਦੇ ਰਿਸ਼ਤੇਦਾਰੀਆਂ ਨੇ ਉਹਨਾਂ ਵਿੱਚ ਕੋਈ ਵਿਆਹ ਨਹੀਂ ਕਰ ਸਕਦਾ। ਪਰ ਮੁਸਲਮਾਨ, ਜੇ ਆਪਾਂ ਮੁਸਲਿਮ ਲਾਅ ਦੀ ਗੱਲ ਕਰੀਏ, ਉਹਦੇ ਵਿੱਚ ਸਪਿੰਡਾ ਰਿਲੇਸ਼ਨਸ਼ਿਪ ਦਾ ਜਾਂ ਡਿਗਰੀ ਆਫ ਪ੍ਰੋਹਿਬਿਟਡ ਰਿਲੇਸ਼ਨਸ਼ਿਪ ਦਾ ਉਹਨਾਂ ਸਟ੍ਰਿਕਟ ਫੋਲੋ ਕੀਤਾ ਹੀ ਨਹੀਂ ਜਾਂਦਾ। ਕਿ ਜੇ ਯੂਨੀਫਾਰਮ ਸਿਵਲ ਕੋਡ ਬਣਾਉਂਦੇ ਨੇ, ਕੀ ਫਿਰ ਸਪਿੰਡਾ ਰਿਲੇਸ਼ਨਸ਼ਿਪ ਨੂੰ ਜਿਹੜਾ ਖਤਮ ਕਰਨਗੇ? ਦੇਖੋ, ਜਿਹੜਾ ਇਹਨਾਂ ਦਾ ਇਸ ਟਾਈਮ ਤੇ ਜਿਹੜਾ ਮੇਨ ਏਜੰਡਾ ਜਾਂ ਮੇਨ ਟਾਰਗੇਟ ਆ ਉਹ ਮੁਸਲਿਮ ਕਮਿਊਨਿਟੀ ਆ। ਕਿਉਂਕਿ ਪਹਿਲਾਂ ਹੀ ਇਹਨਾਂ ਨੇ ਬੁੱਧ ਧਰਮ ਤੇ ਜੈਨ ਧਰਮ ਨੂੰ ਹਿੰਦੂ 'ਚ ਰਲਾ ਲਿਆ। ਸਾਨੂੰ ਵੀ ਕਾਫੀ ਹੱਦ ਤੱਕ ਡਿਲਿਊਟ ਕਰਤਾ, ਠੀਕ ਹੈ ਨਾ, ਸਾਨੂੰ ਵੀ ਡਿਲਿਊਟ ਕਰਤਾ। ਅਸੀਂ ਵੀ ਜਿਹੜਾ ਵਾ ਹਿੰਦੂ ਮੈਰਿਜ ਐਕਟ ਨੂੰ ਆਪਾਂ ਪੜ੍ਹ ਕੇ ਦੇਖੀਏ ਤਾਂ ਗਵਰਨਡ ਬਾਏ ਦਾ ਹਿੰਦੂ ਜਿੰਨੇ ਵੀ ਲੈਜਿਸਲੇਸ਼ਨ ਆ, ਹਿੰਦੂ ਮੈਰਿਜ ਐਕਟ ਆ, ਹਿੰਦੂ ਸਕਸੈਸ਼ਨ ਐਕਟ ਆ, ਵੀ ਆਰ ਗਵਰਨਡ ਅੰਦਰ ਦਿਸ ਲਾਜ਼।
ਸੋ ਇਹ ਇਹਨਾਂ ਦਾ ਇੱਕੋ ਹੀ ਨਿਸ਼ਾਨਾ ਵਾ ਕਿ ਅਸੀਂ ਜਿਹੜੀ ਆ ਦੇਸ਼ ਨੂੰ ਜਿਹੜਾ ਵਾ ਉਹ ਇੱਕ ਧਰਮ ਦਾ ਜਿਹੜਾ ਸੈਕੂਲਰ ਸਿਸਟਮ ਸੀ ਨਾ ਉਹ ਖਤਮ ਕਰਕੇ ਤੇ ਅਸੀਂ ਦੇਸ਼ ਨੂੰ ਜਿਹੜਾ ਹਿੰਦੂ ਰਾਸ਼ਟਰ ਬਣਾਉਣਾ ਵਾ। ਅਸਲ ਵਿੱਚ ਉਹਦੇ ਏਜੰਡੇ ਲਈ ਇਹ ਪੌੜੀਆਂ ਚੜ੍ਹ ਰਹੇ ਨੇ, ਕਿਉਂਕਿ ਸਿੱਧੀ ਛਾਲ ਮਾਰ ਕੇ ਟੌਪ ਤੇ ਨਹੀਂ ਜਾਇਆ ਜਾ ਸਕਦਾ। ਤੇ ਇੱਕ ਉਹ ਵੀ ਇੱਕ ਸਟੈਪ ਹੈਗਾ ਵਾ ਕਿ ਲੋਕਾਂ ਦੇ ਜਿਹੜੇ ਆ ਬਾਕੀ ਜਿਹੜੇ ਆ ਮਾਨਤਾਵਾਂ, ਕਲਚਰ, ਭਾਸ਼ਾਵਾਂ ਉਹਨਾਂ ਨੂੰ ਖਤਮ ਕੀਤਾ ਜਾਵੇ। ਤੇ ਇਹ ਇੱਕ ਟੂਲ ਦੇ ਤੌਰ ਤੇ ਉਹਨੂੰ ਵਰਤਿਆ ਜਾ ਰਿਹਾ ਵਾ, ਜਦੋਂ ਕਿ ਇਹ ਸੰਭਵ ਨਹੀਂ ਗਾ, ਇਹ ਪੋਸੀਬਲ ਨਹੀਂ ਹੈਗਾ। ਸਾਰੇ ਦੇਸ਼ ਦੇ ਵਿੱਚ ਲੋਕਾਂ ਦੇ ਕਸਟਮ ਜਿਹੜੇ, ਹੁਣ ਤੁਸੀਂ ਗੱਲ ਕੀਤੀ ਹਿੰਦੂ ਮੈਰਿਜ ਐਕਟ ਦੀ, ਜਿਹੜਾ ਮੁਸਲਿਮ ਪਰਸਨਲ ਲਾ ਵਾ ਉਹਦੇ ਵਿੱਚ ਸਿਰਫ ਉਹ ਇੱਕ ਮਾਂ ਦਾ ਦੁੱਧ ਛੱਡਦੇ ਨੇ। ਮਤਲਬ ਸਿਰਫ ਦੇਖੋ ਸਕੀ ਭੈਣ ਨਾਲ ਜਿਹੜਾ ਵਾ ਉਹਦੀ ਬਾਕੀ ਉਹ ਚਾਚਿਆਂ, ਤਾਇਆ, ਮਾਮਿਆਂ, ਮਾਸਿਆਂ ਦੇ ਕੁੜੀਆਂ ਨਾਲ ਵਿਆਹ ਕਰਦੇ ਆ। ਸਾਡੇ ਉਹ ਪ੍ਰਾਈਵੇਟ ਡਿਗਰੀ ਚ ਆਉਂਦਾ, ਠੀਕ ਹੈ ਨਾ। ਤਾਂ ਫਿਰ ਕਿਤਰਾ ਉਹ ਤੁਸੀਂ ਉਹਨਾਂ ਨੂੰ ਖਤਮ ਕਰੋਗੇ, ਠੀਕ ਹੈ ਨਾ। ਮਤਲਬ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ, ਉਹਨਾਂ ਦਾ ਸ਼ੁਰੂ ਹੀ ਮਾਮੇ ਦੀ ਕੁੜੀ ਤੋਂ ਤੇ ਮਾਸੀ ਦੀ ਕੁੜੀ ਤੋਂ ਵਿਆਹ ਸ਼ੁਰੂ ਹੁੰਦੇ ਆਪਣੇ ਨੀਅਰੈਸਟ ਦੇ ਵਿੱਚ ਕਰਦੇ ਆ, ਬਾਹਰ ਤਾਂ ਜਾਂਦੇ ਨਹੀਂ ਆਪਣੇ ਭਾਈਚਾਰੇ ਤੋਂ। ਤੇ ਉਹ ਕਿਸ ਤਰ੍ਹਾਂ ਯੂਨੀਫਾਰਮ ਜਿਹੜਾ ਸਿਵਲ ਕੋਡ ਲਾਗੂ ਹੋ ਜਾਏਗਾ। ਸੋ ਇਹੀ ਸਵਾਲ ਹੈ ਨਾ ਕਿ ਜੇ ਤੁਸੀਂ ਸਪਿੰਡਰ ਰਿਲੇਸ਼ਨਸ਼ਿਪ ਨੂੰ ਖਤਮ ਕਰ ਦਿਓ, ਕਿ ਜਿਹੜੇ ਹਿੰਦੂ ਜਾਂ ਸਿੱਖ ਨੇ ਆਪਣਾ ਜਿਹੜਾ ਕਸਟਮ ਛੱਡ ਕੇ, ਜਿਹਦੇ ਵਿੱਚ ਉਹ ਆਪਣੀਆਂ ਕਜ਼ਨ ਸਿਸਟਰ ਦੇ ਨਾਲ ਜਾਂ ਕਜ਼ਨ ਬ੍ਰਦਰਸ ਦੇ ਨਾਲ ਮੈਰਿਜ ਨਹੀਂ ਕਰਦੇ, ਉਸ ਗੱਲ ਨੂੰ ਭੁੱਲ ਕੇ ਕਾਨੂੰਨ ਦੇ ਮੁਤਾਬਿਕ ਆਪਣੇ ਫਿਰ ਮਾਮੇ, ਭੂਆ, ਤਾਇਆ, ਚਾਚੇ ਦੀਆਂ ਕੁੜੀਆਂ ਨਾਲ ਵਿਆਹ ਕਰਨਗੇ, ਜਾਂ ਤੁਸੀਂ ਮੁਸਲਮਾਨਾਂ ਨੂੰ ਵੀ ਰੋਕੋਗੇ? ਕੀ ਤੁਹਾਡੇ ਰੋਕਣ ਦੇ ਨਾਲ ਜਿਹੜਾ ਕਸਟਮ ਇਹ ਰੁਕ ਜਾਏਗਾ? ਇੱਕ ਵੱਡਾ ਸਵਾਲ ਹੈ ਯੂਨੀਫਾਰਮ ਸਿਵਲ ਕੋਡ ਦਾ। ਵੇਖੋ ਜੀ, ਇਹ ਭਾਜਪਾ ਵਾਲੇ ਦੇਸ਼ ਵਿੱਚ ਦੰਗੇ ਹੋ ਜਾਣ, ਕੁਛ ਹੋ ਜਾਵੇ। ਹੁਣ ਤੁਸੀਂ ਈਸਟ ਸਾਈਡ ਵੇਖ ਲਓ ਉੱਥੇ ਕੀ ਬਣ ਡਿਆ, ਈਸਟਰਨ ਸਟੇਟ ਦੇ ਵਿੱਚ ਉੱਥੇ ਸੈਂਕੜੇ ਬੰਦੇ ਮਰਨ ਡਿਆ। ਇਹਨਾਂ ਦੇ ਉੱਤੇ ਇਹਨਾਂ ਨੇ ਅੱਜ ਤੱਕ ਉਹਦੇ ਵਾਸਤੇ ਕੋਈ ਨੋਟਿਸ ਹੀ ਨਹੀਂ ਲਿਆ ਵੀ ਜਿਹਦੇ ਨਾਲ ਦੇਸ਼ 'ਚ ਕੁਝ ਹੋ ਹੀ ਨਹੀਂ ਰਿਹਾ, ਕਿਉਂਕਿ ਉਹਨਾਂ ਦਾ ਆਪਣਾ ਟਰਾਈਬਲ ਲੋਕਾਂ ਦਾ ਹੈਗਾ ਤੇ ਇਹਨਾਂ ਵਾਸਤੇ ਇੰਨਾ ਮਟੀਰੀਅਲ ਨਹੀਂ ਗਾ। ਇਹ ਤੇ ਉਹਨਾਂ ਨੂੰ ਵੰਡਣ ਵਾਸਤੇ ਚਾਲਾਂ ਚੱਲਦੇ ਵੀ ਉਹ ਫਲਾਣਾ ਉਹਦੇ ਗਲ ਪੈ ਜਾ ਤੇ ਉਹ ਦੂਜੇ ਕੁੱਕੀ ਉਹਦੇ ਪੈਣ, ਦੂਜੇ ਉਹਨਾਂ ਦੇ ਪੈਣ, ਤੇ ਉਹਨਾਂ ਨੂੰ ਲੜਾ ਕੇ ਰਾਜੀ ਨੇ, ਕਿਉਂਕਿ ਇਹਨਾਂ ਨੇ ਤੇ ਆਪਣੀ ਰਾਜਨੀਤੀ ਕਰਨੀ ਆ। ਇਹਨਾਂ ਨੂੰ ਦੇਸ਼ ਦੀ ਇਕਨੋਮਿਕ ਡਿਵੈਲਪਮੈਂਟ ਦਾ ਕੋਈ ਏਜੰਡਾ ਹੈਗਾ? ਦੇਸ਼ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਆ ਦਰ ਵਧਣ ਡਈ ਆ, ਮਹਿੰਗਾਈ ਵਧਣ ਡਈ ਆ, ਕਿਤੇ ਕਿਸੇ ਮੀਡੀਏ ਦੇ ਏਜੰਡੇ ਤੇ ਹੋਵੇ ਜੀ ਇਹ UCC ਦੇ ਨਾਲ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਨਹੀਂ ਹੋਣੀ। ਤੇ ਤੁਸੀਂ ਉਸ ਗੱਲ ਨੂੰ ਮੁੱਖ ਏਜੰਡਾ ਬਣਾ ਕੇ ਤੁਰਨ ਡਏ ਹੋ ਜਿਹਦੇ ਨਾਲ ਦੇਸ਼ ਨੂੰ ਕੋਈ ਪ੍ਰਾਪਤੀ ਨਹੀਂ ਹੋਣੀ। ਹਾਂਜੀ, ਕਾਨੂੰਨ ਤੇ ਸਾਡੇ ਕੋਲ ਅੱਗੇ ਹਜ਼ਾਰਾਂ ਕਾਨੂੰਨ ਪਾਸ ਹੋਏ ਆ, ਠੀਕ ਹੈ ਨਾ, ਆਲਰੇਡੀ ਹੈਗੇ ਆ, ਸਿਸਟਮ ਵਧੀਆ ਚੱਲਣ ਡਿਆ। ਤੁਸੀਂ ਕਿਉਂ ਲੋਕਾਂ ਨੂੰ ਲੜਾ ਰਹੇ ਹੋ? ਤਾਂ ਮੇਰੇ ਹਿਸਾਬ ਨਾਲ ਇਹ UCC ਦਾ ਕੋਈ ਇਹਨਾਂ ਨੂੰ ਕੋਈ ਦੇਸ਼ 'ਚ ਕੋਈ ਫਾਇਦਾ ਨਹੀਂ ਹੋਣਾ, ਸਗੋਂ ਦੰਗੇ ਹੋਣਗੇ, ਲੜਾਈਆਂ ਝਗੜੇ ਵਧਣਗੇ, ਤੇ ਇਹ ਜਿਹੜਾ ਵਾ ਇਹ ਘੱਟ ਗਿਣਤੀਆਂ ਦੇ ਇੱਕ ਵਾਰ ਸਾਬਤ ਹੋਏਗਾ। ਜੇ ਆਪਾਂ ਗੱਲ ਕਰ ਲਈਏ ਸਿੱਖ ਕਮਿਊਨਿਟੀ ਦੇ ਆਸਪੈਕਟ ਤੋਂ, ਕਿ ਜਿਹੜਾ ਵਾ ਯੂਨੀਫਾਰਮ ਸਿਵਲ ਕੋਡ ਦੇ ਆਉਣ ਦੇ ਨਾਲ ਸਿੱਖਾਂ ਦੀ ਜਿਹੜੀ ਪਹਿਚਾਣ ਹੈ, ਆਇਡੈਂਟੀਟੀ ਹੈ, ਜਿਹੜੀ ਕਿਤੇ ਨਾ ਕਿਤੇ ਪਹਿਲਾਂ ਹੀ ਹਿੰਦੂਇਜ਼ਮ ਦੇ ਵਿੱਚ ਇਹ ਰਲਾਉਣ ਦੀ ਕੋਸ਼ਿਸ਼ ਕਰਦੇ ਪਏ ਨੇ, ਉਹਦੇ ਉੱਪਰ ਵੀ ਕੋਈ ਪ੍ਰਭਾਵ ਪਵੇਗਾ? ਦੇਖੋ ਜੀ, ਪਹਿਲਾ ਇਹਦਾ ਹਮਲਾ ਇਹਨਾਂ ਦਾ ਜਿਹੜਾ ਦਿਖ ਰਿਹਾ ਉਹ ਮੁਸਲਮਾਨਾਂ ਤੇ ਆ, ਉਸ ਤੋਂ ਬਾਅਦ ਸਾਡਾ ਨੰਬਰ, ਕਿਉਂਕਿ ਅਜੇ ਕਿ ਪੰਜਾਬ ਦੇ ਵਿੱਚ ਕਿਸੇ ਭਾਈਚਾਰੇ ਦਾ ਕਿਸੇ ਨਾਲ ਕੋਈ ਵਿਰੋਧ ਨਹੀਂ, ਅਸੀਂ ਸਦੀਆਂ ਤੋਂ ਇਕੱਠੇ ਰਹਿਣ ਡਏ ਆ, ਸਾਡਾ 9 ਮਾਸ ਦਾ ਰਿਸ਼ਤਾ ਵਾ। ਪਰ ਇਹ ਜ਼ਰੂਰ ਜਿਹੜੀ ਆ ਕੜੱਤਣ ਪੈਦਾ ਕਰਨ ਲੱਗੇ ਭਾਈਚਾਰਿਆਂ ਦੇ ਵਿੱਚ, ਕਿਉਂਕਿ ਸਿੱਖ ਸਾਰੇ ਦੇਸ਼ ਦੇ ਵਿੱਚ ਫੈਲੇ ਹੈਗੇ ਆ, ਠੀਕ ਹੈ ਨਾ। ਸਾਡੇ ਆਪਣੇ ਕਸਟਮ ਨੇ, ਆਪਣੀਆਂ ਰਵਾਇਤਾਂ ਨੇ, ਤੇ ਇਹ ਜਿਹੜਾ ਵਾ ਉਹ ਲਾਗੂ ਕਰਕੇ ਜਿਹੜਾ ਨੁਕਸਾਨ ਵੀ ਹੋਏਗਾ ਜੀ। ਸਾਡੀਆਂ ਰਵਾਇਤਾਂ ਵੱਖਰੀਆਂ ਨੇ, ਸਾਡੇ ਕਸਟਮ ਵੱਖਰੇ ਨੇ, ਭਾਵੇਂ ਕਿ ਬਹੁਤ ਕੁਝ ਸਾਂਝਾ ਵੀ ਹੈਗਾ ਵਾ, ਪਰ ਇਹ ਸਾਨੂੰ ਵੀ ਜਿਹੜਾ ਵਾ ਉਹਦੇ ਵਿੱਚ ਰਲ ਗੱਡ ਕਰਕੇ ਤੇ ਸਾਡੇ ਤੇ ਵੀ ਇੱਕ ਤਰ੍ਹਾਂ ਦਾ ਹਮਲਾ ਹੀ ਕਿਹਾ ਜਾ ਸਕਦਾ। ਭਾਵੇਂ ਸ਼੍ਰੋਮਣੀ ਕਮੇਟੀ ਨੇ ਕਹਿਣ ਨੂੰ ਵਿਰੋਧ ਕੀਤਾ ਹੈ, ਪਰ ਜਿਸ ਤਰ੍ਹਾਂ ਪਹਿਲਾਂ ਅਕਾਲੀ ਵਿਰੋਧ ਕਰਦੇ ਸੀ ਝੰਡਾ ਲੈ ਕੇ, ਉਸ ਲੱਗਦਾ ਵਾ ਵੀ ਸੜਕਾਂ ਤੇ ਨਹੀਂ ਆਉਣਗੇ। ਸਿਰਫ ਇਹਨਾਂ ਨੇ ਉੱਥੇ ਮਤਾ ਪਾ ਦਿੱਤਾ ਤੇ ਉਹ ਉਹਨਾਂ ਕੀ ਮਤਾ ਵਾ, ਕਿਉਂਕਿ ਦੂਜੇ ਬੰਨੇ ਤੇ ਇਹਨਾਂ ਨੇ 18 ਦੀ ਮੀਟਿੰਗ ਆ ਭਾਜਪਾ ਨਾਲ, ਤੇ ਸਾਰਾ ਅਕਾਲੀ ਦਲ ਜਿਹੜਾ ਵਿਖਰਿਆ ਟਿਗਰਿਆ, ਢੀਂਡ ਤੇ ਢੂੰਡ ਤੇ ਦੂਜੇ ਤੀਜੇ ਸਾਰੇ ਉੱਥੇ ਇਕੱਠੇ ਹੋ ਜਾਣੇ, ਵਿੱਚੇ ਬੀਬੀ ਜਗੀਰ ਕੌਰ। ਸੋ ਇਹ ਸਿੱਖਾਂ ਦੇ ਵਿੱਚ ਇੱਕ ਜਿਹੜਾ ਨਾ ਬੜਾ ਇਹ ਜਿਹੜੇ ਅਸੀਂ ਅੱਗੇ ਲਾਏ ਆ, ਜਿੰਨੇ ਵੀ ਲੱਗੇ ਸੋ ਕਾਲਡ ਲੱਗੇ ਨੇ, ਇਹਨਾਂ ਨੂੰ ਮਗਰੋਂ ਹੁਣ ਸਿੱਖ ਕੌਮ ਦੀ ਕੋਈ ਮਾਨਤਾ ਨਹੀਂ ਹੈਗੀ। ਇਹ ਬਸ ਇਹ ਇਕੱਲੇ ਭੱਜੇ ਫਿਰਦੇ ਆ। ਲੋਕਾਂ ਦਾ ਵਿਸ਼ਵਾਸ ਇਹਨਾਂ ਤੇ ਬਿਲਕੁਲ ਨਹੀਂ ਹੈਗਾ। ਇਹ ਜੋ ਮਰਜ਼ੀ ਵਿਰੋਧ ਕਰਨ, ਜੋ ਮਰਜ਼ੀ ਕਰਨ ਜਾਂ ਹੱਕ ਕਰਨ, ਪਰ ਲੋਕਾਂ ਦਾ ਇਹਦੇ ਨਾਲ ਕੋਈ ਸਮਰਥਨ ਨਹੀਂ ਹੈਗਾ ਮਗਰੋਂ। ਕਿਉਂਕਿ ਆਪਾਂ ਇੱਕ ਗੱਲ ਕਰੀਏ ਨਾ, ਕਿਉਂਕਿ ਆਪਣੇ ਜਦੋਂ ਆਪਾਂ ਹਿੰਦੂ ਮੈਰਿਜ ਐਕਟ ਨੂੰ ਵੀ ਪੜ੍ਹਦੇ ਹਾਂ ਜਾਂ ਕਾਨੂੰਨ ਨੂੰ ਵੀ ਪੜ੍ਹਦੇ ਹਾਂ, ਕੌਨਸਟੀਟਿਊਸ਼ਨ ਆਫ ਇੰਡੀਆ ਵੀ ਇਹ ਗੱਲ ਕਹਿੰਦਾ, ਜਾਂ ਜਿਹੜੀਆਂ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਵੀ, ਕਿ ਜੇ ਕਿਤੇ ਕਨਫਲਿਕਟ ਆ ਜਾਏਗਾ ਪਰਸਨਲ ਲਾਅ ਦੇ ਵਿੱਚ ਜਾਂ ਕਸਟਮ ਦੇ ਵਿੱਚ, ਜਾਂ ਜਿਹੜੇ ਲਾਅ ਮੇਡ ਬਾਏ ਪਾਰਲੀਮੈਂਟ ਆ ਉਹਦੇ ਵਿੱਚ, ਜਾਂ
ਕਸਟਮ ਦੇ ਵਿੱਚ ਆ ਜਾਏਗਾ ਤੇ ਕਸਟਮ ਨੂੰ ਪ੍ਰਵੇਲ ਕੀਤਾ ਜਾਏਗਾ। ਇੱਕ ਐਗਜ਼ਾਮਪਲ ਆਪਾਂ ਇੱਥੇ ਲੈ ਲਈਏ, ਜਿਵੇਂ ਪੰਜਾਬ ਦੇ ਵਿੱਚ ਚਾਦਰ ਪਾਉਣ ਦਾ ਜਿਹੜਾ ਰਿਵਾਜ ਚੱਲਦਾ ਹੈ ਕਿ ਜੇ ਕਿਸੇ ਦੇ ਹਸਬੰਡ ਦੀ ਡੈਥ ਹੋ ਗਈ ਹੈ ਲੜਕੀ ਦੇ, ਤਾਂ ਉਹਦੀ ਜਿਹੜੀ ਮੈਰਿਜ ਹੈ ਉਹਦੇ ਦਿਓਰ ਦੇ ਨਾਲ ਕਰ ਦਿੱਤੀ ਜਾਂਦੀ ਹੈ। ਬਟ ਜਦ ਕਿ ਉਹ ਪ੍ਰੋਹਿਬਿਟਡ ਡਿਗਰੀ ਰਿਲੇਸ਼ਨਸ਼ਿਪ 'ਚ ਵੀ ਆਉਂਦੀ ਹੈ, ਬਟ ਉਹ ਜਿਹੜੀਆਂ ਮੈਰਿਜਸ ਨੇ ਉਹਨਾਂ ਦੀ ਵੈਲਿਡਿਟੀ ਪੂਰੀ ਹੈ, ਵੈਲਿਡ ਮੈਰਿਜਸ ਨੇ। ਕਿ ਯੂਨੀਫਾਰਮ ਸਿਵਲ ਕੋਡ ਆ ਜਾਂਦਾ ਵਾ, ਜਿਹੜੀਆਂ ਇਹੋ ਜਿਹੀਆਂ ਐਗਜ਼ੰਪਸ਼ਨ ਜਾਂ ਡਿਵਰਸਿਟੀ ਨੇ ਉਹ ਪ੍ਰੋਟੈਕਟ ਰਹਿਣਗੀਆਂ ਕਿ ਉਹਨਾਂ ਨੂੰ ਵੀ ਲੱਗਦਾ ਪਿਆ ਕਿ ਇਹ ਖਤਮ ਕਰ ਸਕਦੇ ਆ? ਦੇਖੋ ਸੰਦੀਪ ਸਿੰਘ, ਸਵਾਲ ਤੁਸੀਂ ਬੜਾ ਵਧੀਆ। ਇਹ ਜਿਹੜਾ ਚਾਦਰ ਪਾਉਣ ਦਾ ਆਪਣੇ ਕਸਟਮ ਸੀਗਾ, ਇਹਦਾ ਸੰਬੰਧ ਸਾਡੇ ਜੰਗਜੂ ਜਿਹੜਾ ਪਿਛਲਾ ਵਿਰਸਾ ਸੀ ਉਹਦੇ ਨਾਲ ਆ। ਕਿਉਂਕਿ ਅਸੀਂ ਮੁਗਲਾਂ ਵਿਰੁੱਧ ਲੜੇ, ਅਸੀਂ ਅੰਗਰੇਜ਼ਾਂ ਵਿਰੁੱਧ ਲੜੇ, ਤੇ ਅਸੀਂ ਹਮੇਸ਼ਾ ਹੀ ਜਿਹੜਾ ਵਾ ਇੱਧਰੋਂ ਪੱਛਮ ਵਾਲੇ ਬੰਨੋਂ ਜਿਹੜੇ ਹਮਲੇ ਹੁੰਦੇ ਉਹਨਾਂ ਰੋਕਦੇ ਆਏ ਹਾਂ। ਠੀਕ ਹੈ ਨਾ, ਵੱਖ-ਵੱਖ ਹਮਲੇ ਸਾਡੇ ਹੋਏ। ਤੇ ਜਦੋਂ ਬੰਦੇ ਲੜਨ ਜਾਣਗੇ ਘਰ ਦੇ ਮਰਦ ਮੈਂਬਰ, ਤੇ ਨੈਚੁਰਲੀ ਆ ਵੀ ਉਹ ਜਿਹੜਾ ਉੱਥੇ ਡੈਥ ਹੋਣਗੀਆਂ, ਤੇ ਮਗਰ ਜਿਹੜੀਆਂ ਘਰ ਦੇ ਵਿੱਚ ਵਿਡੋ ਨੇ, ਤੇ ਜੇ ਘਰ ਦੇ ਚੌਵਾਂ ਦੇ ਵਿੱਚੋਂ 3 ਬੰਦੇ ਜਾਂ 2 ਬੰਦੇ ਚੜ੍ਹਾਈ ਕਰ ਗਏ, ਤੇ ਫਿਰ ਪਰਿਵਾਰ ਜਿਹੜਾ ਵਾ ਉਹ ਮਤਲਬ ਇਸ ਤਰ੍ਹਾਂ ਦੂਜੇ ਚੱਲਦੀ ਸੀ। ਇਹ ਚਾਦਰ ਪਾਉਣ ਦਾ ਰਿਵਾਜ ਚੱਲਿਆ ਸੀਗਾ। ਤੇ ਇਹ ਕਸਟਮ ਜਿਹੜਾ ਵਾ ਇਹ ਹੌਲੀ ਹੌਲੀ ਬੜਾ ਮਤਲਬ ਅੱਜ ਵੀ ਮਾਨਤਾ ਵਾ, ਇਹਨੂੰ ਅੱਜ ਵੀ ਮਾਨਤਾ ਵਾ। ਸੋ ਆਪਾਂ ਗੱਲ ਤਾਂ ਉਹੀ ਕਰਨ ਡਏ ਆ ਕਿ ਇਹ ਅਜੇ ਕਿ ਹਿੰਦੂ ਮੈਰਿਜ ਐਕਟ ਵਿੱਚ ਇਹਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਚਾਦਰ ਦੀ। ਠੀਕ ਹੈ ਨਾ, ਕੋਈ ਨਹੀਂ, ਪਰ ਸਾਡਾ ਸਮਾਜ ਇਹਨੂੰ ਮੰਨਦਾ ਵਾ, ਤੇ ਉਹ ਪੂਰੀ ਮਾਨਤਾ ਨਾਲ ਜਿਹੜੇ ਪਰਿਵਾਰ ਅੱਗੇ ਵੱਧਦੇ ਫੁੱਲਦੇ ਆ ਤੇ ਪਰਿਵਾਰ ਤਰੱਕੀ ਵੀ ਕਰਦੇ ਆ। ਠੀਕ ਹੈ ਨਾ, ਪਰਿਵਾਰ ਜਿਹੜੇ ਆ ਫਲੋਰਿਸ਼ ਹੁੰਦੇ ਆ। ਸੋ ਇਸੇ ਤਰ੍ਹਾਂ ਸਾਰੇ ਦੇਸ਼ ਵਿੱਚ ਹੀ ਕਈ ਮਾਨਤਾ। ਈਸਟ ਦੇ ਵਿੱਚ ਅਜੇ ਕਈ ਕਬੀਲੇ ਨੇ ਜਿੱਥੇ IPC ਲਾਗੂ ਨਹੀਂ ਹੈਗੀ। ਠੀਕ ਹੈ ਨਾ, ਤੁਸੀਂ ਉਸ ਤਰ੍ਹਾਂ ਦੇ ਕਹਿੰਦੇ ਯੂਨੀਫਾਰਮ ਜਿਹੜਾ ਸਿਵਲ ਕੋਡ ਹੈ, ਤੁਸੀਂ ਤਾਂ J&K ਦੇ ਵਿੱਚ ਹੁਣ ਭਾਵੇਂ 370 ਤੋਂ ਹਟਾਉਣ ਤੋਂ ਬਾਅਦ ਉੱਥੇ IPC ਲਾਗੂ ਹੋਈ ਹੋਵੇ, ਨਹੀਂ ਤਾਂ ਰਣਬੀਰ ਪੀਨਲ ਕੋਡ ਸੀਗਾ, ਭਾਵੇਂ ਕਿ ਉਹ ਸੀਮ ਆ, ਪਰ ਤੁਸੀਂ ਉੱਥੇ ਲਾਗੂ ਨਹੀਂ ਕਰ ਸਕੇ। ਸੋ ਇਸ ਕਰਕੇ ਇਹਦੇ ਨਾਲ ਕੋਈ ਤੁਹਾਡੀ ਇਕਨੋਮਿਕ ਡਿਵੈਲਪਮੈਂਟ, ਕੋਈ ਪੋਲੀਟੀਕਲ ਡਿਵੈਲਪਮੈਂਟ, ਕੋਈ ਬੌਧਿਕ ਡਿਵੈਲਪਮੈਂਟ, ਉਹਦੇ ਨਾਲ ਕੁਛ ਨਹੀਂ ਇਹਦਾ ਸੰਬੰਧ ਹੈਗਾ। ਇਹ ਕਿਉਂਕਿ ਭਾਜਪਾ ਦਾ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਨਾਲ ਕੋਈ ਲੈਣਾ ਦੇਣਾ ਨਹੀਂ। ਇਹਨਾਂ ਦਾ ਤਾਂ ਹੈਗਾ ਦੰਗਾ ਕਰੋ ਤੇ ਵੋਟਾਂ ਪ੍ਰਾਪਤ ਕਰੋ, ਸਿਰਫ ਪੋਲਰਾਈਜੇਸ਼ਨ, ਕਿ ਅਸੀਂ ਇਸ ਤਰ੍ਹਾਂ ਰੌਲਾ ਪਾਵਾਂਗੇ, ਘੱਟ ਗਿਣਤੀਆਂ ਰੌਲਾ ਪਾਉਣਗੀਆਂ, ਤੇ ਜਿਹੜੇ ਬਹੁ ਗਿਣਤੀ ਹਿੰਦੂ ਆ ਪੋਲਰਾਈਜ਼ ਹੋ ਜਾਣਗੇ, ਉਹ ਵੋਟਾਂ ਸਾਨੂੰ ਆ ਜਾਣਗੀਆਂ। ਸਿਰਫ ਇਹ ਲੜਾਈ ਵੋਟਾਂ ਦੀ ਆ। ਜਿੰਨੀ ਛੇਤੀ, ਜਿੰਨੀ ਕਾਹਲੀ ਨਾਲ ਇਹਨੂੰ ਸਟੇਜਿਸ ਦੇ ਵਿੱਚੋਂ ਕੱਢਿਆ ਜਾ ਰਿਹਾ ਵਾ, ਮਤਲਬ ਕਿਉਂਕਿ ਕਾਨੂੰਨ ਬਣਨ ਵਾਸਤੇ ਕਾਫੀ ਟਾਈਮ ਲੱਗਦਾ ਵਾ। ਜਿਹੜਾ ਬਿੱਲ ਪਾਸ ਹੋਣਾ ਰਾਜ ਸਭਾ, ਲੋਕ ਸਭਾ, ਉਹ ਤੋਂ ਸਟੈਂਡਿੰਗ ਕਮੇਟੀਆਂ, ਐਕਸਪਰਟ ਕਮੇਟੀਆਂ, ਕਈ ਕਮੇਟੀਆਂ ਜਾਣਾ ਵਾ, ਤੇ ਅਜੇ ਤੇ ਐਕਸਪਰਟ ਕਮੇਟੀ ਦੇ ਕੋਲ ਪਿਆ ਵਾ। ਉੱਥੇ ਓਬਜੈਕਸ਼ਨ ਜਿਹੜੇ ਆ ਉਹ ਲੈ ਜਾ ਰਹੇ ਲੋਕਾਂ ਕੋਲ, ਤੇ ਇਹਨਾਂ ਓਬਜੈਕਸ਼ਨ ਵੀ ਮਾੜੇ ਮੋਟੇ, ਕਿਉਂਕਿ ਚੋਣਾਂ ਬਿਲਕੁਲ ਮੁੱਢ ਤੇ ਆਈਆਂ, ਤੇ ਚੋਣਾਂ ਦੇ ਵਿੱਚ ਇਹਨਾਂ ਨੇ ਇਹ ਜਿਹੜਾ ਆਡੰਬਰ ਰਚਣਾ, ਤੇ ਲੋਕਾਂ ਦੇ ਵਿੱਚ ਜਿਹੜੇ ਆ ਉਹ ਭਗਦੜ ਮੱਚੇ, ਤੇ ਜਿਹੜੀ ਪੋਲਰਾਈਜੇਸ਼ਨ ਹੋਵੇ, ਹਿੰਦੂ ਸਾਨੂੰ ਵੋਟਾਂ ਪਾਉਣ, ਉਹ ਜਿਸ ਤਰ੍ਹਾਂ ਅੱਗੇ ਰਾਜਨੀਤੀ ਕਰਦੇ। ਪਰ ਹੁਣ ਦੇਸ਼ ਦੇ ਲੋਕ ਬੜੇ ਸਿਆਣੇ, ਲੋਕ ਅੱਕ ਗਏ ਨੇ। ਲੋਕ ਮਾਰ ਧਾਰ, ਲੜਾਈ ਝਗੜੇ ਤੇ ਇਹਨਾਂ ਵੰਡਾਂ ਵਤਿਆਰਿਆਂ ਤੋਂ ਅੱਕ ਚੁੱਕੇ ਨੇ। ਹੁਣ ਲੋਕਾਂ ਨੂੰ ਸਿਰਫ ਆਪਣੇ ਬੱਚਿਆਂ ਦਾ ਰੁਜ਼ਗਾਰ, ਆਪਣੇ ਬੱਚਿਆਂ ਦੀ ਐਜੂਕੇਸ਼ਨ, ਜਿਹੜਾ ਵਾ ਇਕਨੋਮਿਕ ਇਨਫਰਾਸਟਰਕਚਰ ਢਾਂਚਾ ਵਾ ਜਿਹੜਾ, ਉਹਦੇ ਵੱਲ ਲੋਕਾਂ ਦਾ ਧਿਆਨ ਹੈ। ਹੁਣ ਲੋਕ ਇਹਨਾਂ ਗੱਲਾਂ ਤੋਂ ਤਾਂ ਉੱਠ ਗਏ, ਔਰ ਇਹ ਬੜੀ ਚੰਗੀ ਗੱਲ ਕਰੀਏ। ਸਰਕਾਰ ਕਹਿੰਦੀ ਅਸੀਂ ਤੇ ਜਿਹੜਾ ਜੀ ਜਿਹੜੇ ਪਰਸਨਲ ਲਾਜ਼ ਨੇ ਉਹਨਾਂ ਦੇ ਵਿੱਚ ਰਿਫਾਰਮਸ ਲੈ ਕੇ ਆਣੇ ਨੇ। ਪਹਿਲਾਂ ਅਸੀਂ ਹਿੰਦੂ ਕੋਡ ਬਿੱਲ ਦੇ ਰਾਹੀਂ ਲਿਆਉਂਦੇ, ਹੁਣ ਕਹਿੰਦੇ ਕਿ ਅਸੀਂ ਜਿਹੜਾ ਵਾ ਮੁਸਲਿਮ ਲਾਅ ਦੇ ਵਿੱਚ ਜਿਹੜੇ ਚੱਲਦੀਆਂ ਪਈਆਂ ਨੇ ਉਹਦੇ ਵਿੱਚ ਉਹਨਾਂ ਨੇ, ਜਿਵੇਂ ਆਪਾਂ ਦੇਖੀਏ ਪਿਛਲੇ ਸਮੇਂ ਦੇ ਵਿੱਚ ਟ੍ਰਿਪਲ ਤਲਾਕ ਹੈ ਉਹਨੂੰ ਖਤਮ ਕਰ ਦਿੱਤਾ। ਸੁਪਰੀਮ ਕੋਰਟ ਨੇ ਉਹਨੂੰ ਜਿਹੜਾ ਸੀ ਇਲੀਗਲ ਡਿਕਲੇਅਰ ਕਰ ਦਿੱਤਾ। ਉਸ ਤੋਂ ਬਾਅਦ ਇੱਕ ਕਾਨੂੰਨ ਵੀ ਬਣ ਜਾਂਦਾ ਵੈ 2019 ਦੇ ਵਿੱਚ, ਉਹਨੂੰ ਵਿੱਚ ਪਨਿਸ਼ੇਬਲ ਓਫੈਂਸ ਕਰ ਦਿੱਤਾ ਜੇ ਕੋਈ ਟ੍ਰਿਪਲ ਤਲਾਕ ਦਿੰਦਾ ਵੈ। ਤਾਂ ਕੀ ਲੱਗਦਾ ਕੀ ਪਿਆ ਵੈ ਕਿ ਇਹਦੇ ਨਾਲ ਜਿਹੜਾ ਇਹ ਬੇਸ ਇਹ ਗੱਲ ਨੂੰ ਲੈ ਕੇ ਕਰਦੇ ਨੇ, ਆਧਾਰ ਬਣਾਉਂਦੇ ਨੇ ਕਿ ਅਸੀਂ ਜਿਹੜਾ ਮੁਸਲਿਮ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵੈਲਫੇਅਰ ਵਾਸਤੇ, ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਅਸੀਂ ਕੰਮ ਕਰਦੇ ਪਏ ਹਾਂ, ਰਿਫਾਰਮਸ ਕਰਦੇ ਪਏ ਹਾਂ। ਦੇਖੋ, ਕੁਝ ਕਸਟਮ ਜਿਹੜੇ ਨੇ ਉਹ ਅਪੋਜ਼ਡ ਟੂ ਪਬਲਿਕ ਪਾਲਿਸੀ ਨਹੀਂ ਹੋਣੇ ਚਾਹੀਦੇ। ਕੋਈ ਇਹੋ ਜਿਹਾ ਕਸਟਮ, ਇਹੋ ਜਿਹੀ ਰੀਤੀ ਜਿਹੜੀ ਸਮਾਜ ਨੂੰ ਤੋੜਦੀ ਹੋਵੇ ਜਾਂ ਸਮਾਜ ਦੇ ਕਿਸੇ ਹਿੱਸੇ ਨੂੰ ਦਾ ਨੁਕਸਾਨ ਕਰਦੀ ਹੋਵੇ, ਤੋ ਇਸ ਕਰਕੇ ਟ੍ਰਿਪਲ ਤਲਾਕ 'ਚ ਇਹਨਾਂ ਨੂੰ ਉਹਦਾ ਬੈਨੀਫਿਟ ਮਿਲ ਗਿਆ। ਕਿਉਂਕਿ ਮੁਸਲਿਮ ਔਰਤਾਂ ਤੇ ਇੱਕ ਕਿਸਮ ਦਾ ਤਸ਼ੱਦਦ ਸੀਗਾ, ਤੇ ਉਹ ਇਹਨਾਂ ਨੇ ਉਹ ਦੁੱਖ ਦੀ ਰਗ ਫੜੀ ਵੀ ਆਹ ਔਰਤਾਂ ਵਾਲਾ ਫੜ ਲਓ, ਤੇ ਇਹਦੇ ਨਾਲ ਜਿਹੜਾ ਮੁਸਲਿਮ ਸਮਾਜ ਸਾਡੇ ਮਗਰ ਵੀ ਲੱਗ ਜਾਊਗਾ। ਤੇ ਕਿਉਂਕਿ ਔਰਤਾਂ ਇਸ ਕਸਟਮ ਤੋਂ, ਇਸ ਰੀਤ ਤੋਂ, ਜਿਹੜਾ ਮੂਡ ਆਫ ਡਾਈਵੋਰਸ ਆ, ਉਹ ਤੋਂ ਬਹੁਤ ਪਰੇਸ਼ਾਨ ਸੀ। ਕਿਉਂਕਿ ਔਰਤਾਂ ਮੁੜ ਕੇ ਗਲੀ ਗਲੀ ਧੱਕੇ ਖਾਂਦੀਆਂ। ਬੰਦਾ ਫੋਨ ਤੇ ਕਹਿੰਦਾ ਬਾਹਰੋਂ ਸਾਊਦੀ ਅਰਬ ਗਿਆ, ਦੁਬਈ ਗਿਆ, ਵੀ ਡਿਵੋਰਸ, ਤਲਾਕ, ਤੇ ਬਸ ਕੰਮ ਖਤਮ ਹੋ ਗਿਆ। ਠੀਕ ਹੈ ਨਾ, ਤੇ ਇਸ ਤਰੀਕੇ ਨਾਲ ਇਹ ਜਿਹੜਾ ਕਸਟਮ ਸੀ ਇਹ ਵਾਕਿਆ ਹੀ ਬਹੁਤ ਖਤਰਨਾਕ ਸੀਗਾ। ਤੇ ਕਿਉਂਕਿ ਪਰਿਵਾਰ ਇੱਕ ਮੁੱਢਲਾ ਯੂਨਿਟ ਆ ਦੇਸ਼ ਦਾ, ਤੇ ਇਹ ਪਰਿਵਾਰ ਦੇ ਵਿੱਚ ਇਹੋ ਜਿਹੀ ਟੁੱਟ ਭੱਜ ਨਹੀਂ ਹੋਣੀ ਚਾਹੀਦੀ।
ਪਰ ਆਹ ਜਿਹੜਾ ਬਾਕੀ ਇਹ ਉਹਨਾਂ ਦੇ ਤੁਸੀਂ ਇਹ ਲੈ ਲਓ ਵੀ ਉਹ ਜਿਹੜੇ ਅਜੇ ਆ ਜਿਹੜੀ ਬਾਈਗੈਮੀ ਵਾਲੀ ਗੱਲ ਹੈ, ਜਿਹੜਾ 4 ਵਿਆਹ ਨੇ, ਜਾਂ ਇਹ ਅਜੇ ਕਿ ਪ੍ਰੈਕਟੀਕਲੀ ਮੁਸਲਿਮ ਦੇ ਵਿੱਚ 4 ਵਿਆਹ ਕਿੰਨੇ ਪਰਿਵਾਰਾਂ 'ਚ ਤੁਸੀਂ ਵੇਖਦੇ ਹੋ, ਪਰ ਉਹਨਾਂ ਦਾ ਇੱਕ ਕਸਟਮ ਆ, ਉਹਨਾਂ ਦਾ ਕਸਟਮ ਆ, ਭਾਵੇਂ 1000 ਚੋਂ ਇੱਕ ਦਾ ਹੁੰਦਾ ਹੋਵੇ ਜਾਂ 2000 ਚੋਂ ਇੱਕ ਦਾ ਹੁੰਦਾ ਜਾਂ 50000 ਚੋਂ ਦਾ ਹੁੰਦਾ ਹੋਵੇ, ਉਹਨਾਂ ਦਾ ਕਸਟਮ ਆ। ਇਹ ਉਹਨਾਂ ਦੇ ਕਸਟਮ ਨੂੰ ਖਤਮ ਕਰਨ ਵੱਲ ਤੁਰੇ ਆ। ਅਸਲ ਗੱਲ ਆ ਵਾ ਇਹਨਾਂ ਦਾ ਮੇਨ ਜਿਹੜਾ ਵਾ ਉਹ ਜਿਹੜੇ 4 ਮੈਰਿਜਿਸ ਨੇ ਨਾ, ਉਹ ਇਹਨਾਂ ਦੇ ਏਜੰਡੇ ਦੇ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹਨਾਂ ਦੀ ਪਾਪੂਲੇਸ਼ਨ ਜਿਹੜੀ ਵਧਣ ਡਈ ਆ ਮੁਸਲਿਮ ਦੀ, ਸ਼ਾਇਦ ਇਸੇ ਕਰਕੇ ਵਧਣ ਡਈ ਆ, ਠੀਕ ਹੈ ਨਾ। ਤੇ ਉਹ ਇਹੋ ਹੀ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ ਮਤਲਬ ਜਿਹੜਾ ਸਿਵਲ ਯੂਨੀਫਾਰਮ ਸਿਵਲ ਕੋਡ ਆ, ਇਹ ਹੈ ਹੀ ਰਿਲੇਟਿਵ ਟੂ ਮੈਰਿਜਿਸ, ਡਾਈਵੋਰਸਿਸ, ਮੇਨਟੇਨੈਂਸ ਤੇ ਜਿਹੜਾ ਵਾ ਪ੍ਰਾਪਰਟੀ ਦੇ ਨਾਲ ਸੰਬੰਧਿਤ ਆ, ਉਹਨੂੰ ਜ਼ਿਆਦਾ ਇਹ ਕਵਰ ਕਰਦਾ। ਕੋਈ ਬਾਕੀ ਤੇ ਜਿਹੜਾ ਕ੍ਰਿਮੀਨਲ ਆ ਉਹ ਤਾਂ IPC CRPC ਬਾਕੀ ਉਹਦੇ ਐਕਟ ਵੱਖਰੇ ਨੇ, ਉਹ ਤੇ ਅੱਗੇ ਆਲਰੇਡੀ ਲਗਭਗ ਜਿਹੜੇ ਉਹ ਯੂਨੀਫਾਰਮ ਨੇ, ਸਭ ਤੇ ਇਕੁਅਲ ਹੈ। ਜੇ ਕੋਈ ਮਰਡਰ ਕਰਦਾ ਵਾ ਤਾਂ 302 ਮੁਸਲਮਾਨ ਤਾਂ ਵੀ ਲੱਗਣੀ ਆ, ਕ੍ਰਿਸਚਨ ਤਾਂ ਵੀ ਲੱਗਣੀ ਆ, ਉਹ ਤੇ ਆਲਰੇਡੀ ਯੂਨੀਫਾਰਮ ਹੈ। ਤੇ ਇਹਨਾਂ ਦਾ ਜਿਹੜੀ ਫੈਮਿਲੀ ਲਾਅ ਨੇ ਉਹਦੇ ਤੇ ਮੇਨ ਅਟੈਕ ਹੈ ਇਹਨਾਂ ਦਾ, ਕਿ ਪਰਿਵਾਰਾਂ ਦੇ ਉੱਤੇ ਅਟੈਕ ਆ, ਕਿ ਜਿਹੜੇ ਕਸਟਮ ਹੈ ਉਹ ਇਹਨਾਂ ਦੇ ਖਤਮ ਕੀਤੇ ਜਾਣ, ਘੱਟ ਗਿਣਤੀਆਂ ਨੂੰ ਦੱਬਿਆ ਜਾਵੇ, ਉਹਨਾਂ ਦੇ ਖਤਮ ਕੀਤੇ ਜਾਣ। ਤੇ ਉਹਨਾਂ ਨੇ ਮਤਲਬ ਜਿਹੜੇ ਹਿੰਦੂ ਸਿਸਟਮ ਆਫ ਜਿਹੜਾ ਵਾ ਸਿਵਲ ਲਾ ਵਾ ਉਹਨੂੰ ਇੰਪਲੀਮੈਂਟ ਕਰਨ ਦਾ ਇਹ ਇੱਕ ਇਹਨਾਂ ਦੀ ਕੋਝੀ ਜਿਹੜੀ ਸਾਜ਼ਿਸ਼ ਹੈਗੀ। ਜੇ ਆਪਾਂ ਗੱਲ ਕਰੀਏ ਸਿਵਲ ਕੋਡ ਦੀ, ਗੋਆ ਦੇ ਵਿੱਚ ਜਿਹੜਾ ਗੋਆ ਦੀ ਆਪਾਂ ਜਦੋਂ ਹਿਸਟਰੀ ਨੂੰ ਪੜ੍ਹ ਕੇ ਦੇਖੀਏ ਤਾਂ ਗੋਆ ਜਿਹੜਾ ਸਭ ਤੋਂ ਆਪਾਂ ਕਹਿ ਲਓ ਕਿ ਪੁਰਤਗਾਲੀਆਂ ਦੇ ਜਿਹੜਾ ਅੰਡਰ ਆ, ਪੁਰਤਗਾਲੀਆਂ ਦਾ ਜਿਹੜਾ ਲਾਅ ਸੀ ਸਿਵਲ ਕੋਡ ਜਿਹੜਾ ਪੁਰਤਗਾਲ ਦੇ ਵਿੱਚ ਚੱਲਦਾ ਸੀ, ਉਹ ਉਹਨਾਂ ਨੇ ਗੋਆ ਦੇ ਵਿੱਚ ਇੰਪਲੀਮੈਂਟ ਕਰ ਦਿੱਤਾ ਸੀ। ਬਟ ਗੋਆ ਦੇ ਵੀ ਆਪਾਂ ਜੇ ਸਿਵਲ ਕੋਡ ਨੂੰ ਪੜ੍ਹ ਕੇ ਦੇਖੀਏ ਤਾਂ ਉਹਦੇ ਵਿੱਚ ਵੀ 2 ਮੈਰਿਜਿਸ ਦਾ ਪ੍ਰੋਵੀਜ਼ਨ ਹੈਗਾ ਵਾ, ਜਦ ਕਿ ਜਿਹੜਾ ਹਿੰਦੂ ਮੈਰਿਜ ਐਕਟ ਹੈ ਉਹ ਇੱਕ ਮੈਰਿਜ ਦੀ ਗੱਲ ਕਰਦਾ ਵਾ, ਐਟ ਦਾ ਟਾਈਮ ਆਫ ਜਿਹੜਾ ਵਾ ਸਪੋਜ਼ ਦੀ ਗੱਲ ਕਰਦਾ। ਤਾਂ ਬਟ ਉੱਥੇ ਗੋਆ ਦੇ ਵਿੱਚ ਸਿਵਲ ਕੋਡ ਦੇ ਨਾਮ ਦੇ ਉੱਪਰ 2 ਮੈਰਿਜਿਸ ਚੱਲਦੀਆਂ ਪਈਆਂ ਨੇ। ਕਿ ਉਹੀ ਗੱਲ ਪੁੱਛਦੇ ਪਏ ਆ ਕਿ ਇਹ ਪ੍ਰੈਕਟੀਕਲੀ ਪੋਸੀਬਲ ਹੈਗਾ, ਜਿੱਥੇ ਗੋਆ ਵਿੱਚ ਸਿਵਲ ਕੋਡ ਦੇ ਨਾਮ ਦੇ ਉੱਪਰ 2 ਮੈਰਿਜਿਸ ਹੈ ਤੇ ਬਾਕੀ ਤੁਸੀਂ ਇੰਡੀਆ ਦੇ ਵਿੱਚ 1 ਮੈਰਿਜ ਕਰ ਲਓਗੇ। ਦੇਖੋ, ਜਦੋਂ ਆਪਾਂ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦੇ ਹਾਂ ਤੇ ਬ੍ਰਿਟਿਸ਼ਰ ਜਦੋਂ ਕਲੋਨੀਅਲ ਸਿਸਟਮ ਸੀਗਾ, ਬਸਤੀਵਾਜੀ ਸਿਸਟਮ ਸੀਗਾ, ਜਦੋਂ ਬ੍ਰਿਟਿਸ਼ਰ ਇੱਥੇ ਆਏ ਜਾਂ ਪੁਰਤਗਾਲੀ ਇੱਥੇ ਆਏ, ਬ੍ਰਿਟਿਸ਼ਰ ਨੇ ਵੀ ਇਹ ਕੋਸ਼ਿਸ਼ ਕੀਤੀ ਸੀ ਕਿ ਇਹ ਸਾਰੇ ਦੇਸ਼ ਦੇ ਵਿੱਚ ਇਹਨਾਂ ਬਸਤੀਆਂ ਵਿੱਚ ਆਪਣੇ ਉਧਰ ਦੇ ਹਿਸਾਬ ਨਾਲ ਯੂਰਪੀਅਨ ਸਟਾਈਲ ਦੇ ਵਿੱਚ, ਅਜੇ ਕੋਈ ਨਾ ਸਾਨੂੰ ਬਹੁਤ ਕੁਝ ਦਿੱਤਾ, ਜੁਡੀਸ਼ੀਅਲ ਸਿਸਟਮ ਸਾਡਾ ਉਹਨਾਂ ਕੋਲ ਆ, ਉਹਨਾਂ ਦਾ ਦਿੱਤਾ ਹੋਇਆ, ਐਜੂਕੇਸ਼ਨ ਸਿਸਟਮ ਹੁੰਦਾ, ਹੋਰ ਰੇਲਵੇ ਦਾ ਢਾਂਚਾ, ਬਹੁਤ ਕੁਝ ਸਾਨੂੰ ਦੇ ਕੇ ਗਿਆ, ਮਤਲਬ ਇਹ ਨਹੀਂ ਗੱਲ। ਤੇ ਉਹਨਾਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਨੇ ਸਾਡੇ ਕਸਟਮ ਵੇਖੇ, 1857 ਦਾ ਗਦਰ ਕਿਉਂ ਹੋਇਆ, ਉਹ ਇੱਕ ਗਾਂ ਦੇ ਮਾਸ ਤੋਂ ਹੋਇਆ, ਠੀਕ ਹੈ ਨਾ, ਉਹ ਕਸਟਮ ਸੀਗਾ, ਹਿੰਦੂ ਨੇ ਕਿਹਾ ਮੈਂ ਤਾਂ ਹੱਥ ਨਹੀਂ ਲਾਉਣਾ। ਤੇ ਉਹ ਉੱਥੋਂ ਇਹਨਾਂ ਵੇਖਿਆ ਵੀ ਨਹੀਂ, ਇਹ ਇੱਥੇ ਨਹੀਂ ਗਾ ਕਾਮਯਾਬ ਹੈਗਾ, ਇਹ ਲੋਕ ਆਪਣੇ ਰਵਾਇਤਾਂ ਨਾਲ ਬੜੇ ਜੁੜੇ ਆ। ਤੇ ਉਹਨਾਂ ਨੇ ਫਿਰ ਵੱਖਰਾ ਮੁਸਲਿਮ ਜਿਹੜਾ ਸ਼ਰੀਅਤ ਲਾ ਦੂਜੇ ਤੀਜੇ ਪਾਸ ਕਰਨੇ ਸ਼ੁਰੂ ਕਰ ਦਿੱਤੇ, ਠੀਕ ਹੈ ਨਾ। ਤੇ ਉਹਨਾਂ ਕਬੀਲਿਆਂ ਦੇ ਹਿਸਾਬ ਨਾਲ ਜਾਂ ਧਰਮਾਂ ਦੇ ਹਿਸਾਬ ਨਾਲ ਜਾਂ ਜਿਸ ਤਰ੍ਹਾਂ ਦੀ ਉਸ ਧਰਮ ਦੀ ਮਾਨਤਾ ਸੀ, ਉਹਨਾਂ ਦੇ ਕਸਟਮ ਸੀਗੇ, ਉਸ ਹਿਸਾਬ ਨਾਲ ਉਹਨਾਂ ਛੇੜਿਆ ਨਹੀਂ। ਸੋ ਇਹ ਕੋਸ਼ਿਸ਼ ਤੇ ਉਹਨਾਂ ਨੇ ਵੀ ਕੀਤੀ। ਉਸ ਤੋਂ ਬਾਅਦ ਆਪਣਾ ਜੋ ਸੰਵਿਧਾਨ ਲਾਗੂ ਹੋਇਆ, ਉਦੋਂ ਵੀ ਜਿਹੜੀ ਕੌਂਸਟੀਚਿਊਟ ਅਸੈਂਬਲੀ ਸੀਗੀ, ਇਹ ਨਹਿਰੂ ਹੋਣੀ ਤੇ ਆਪਣੇ ਡਾਕਟਰ ਅੰਬੇਦਕਰ ਹੋਣੀ ਜਾਂ ਹੋਰ ਵੀ ਜਿਹੜੇ ਬੁੱਧੀਜੀਵੀ ਬੰਦੇ ਸੀਗੇ, ਉਹਨਾਂ ਦੇ ਮਨ ਵਿੱਚ, ਕਿਉਂਕਿ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਜਿਹੜਾ 44 ਸੈਕਸ਼ਨ ਪਾਉਣ ਦਾ ਕਾਰਨ ਹੀ ਇਹ ਸੀ ਕਿ ਸਰਕਾਰ ਇਹਦੇ ਵੱਲ ਵਧੇਗੀ, ਯੂਨੀਫਾਰਮ ਸਿਵਲ ਕੋਡ ਵੱਲ। ਤੇ ਪਰ ਇਹ ਆ ਕਿ ਪੋਸੀਬਲ ਲੱਗਦਾ ਨਹੀਂ, ਇਹਦਾ ਫਾਇਦਾ ਘੱਟ ਤੇ ਨੁਕਸਾਨ ਬਹੁਤ ਜ਼ਿਆਦਾ। ਸੋ ਇਹ ਤਜਰਬਾ ਨਹੀਂ ਕਰਨਾ ਚਾਹੀਦਾ ਸਰਕਾਰ। ਜੀ ਆਪਾਂ ਗੱਲ ਕਰੀਏ ਕਿ ਜਿਹੜੇ ਕੰਮ ਅੰਗਰੇਜ਼ ਕਰਨ ਤੋਂ ਡਰਦੇ ਸੀ, ਜਾਂ ਆਪਾਂ ਕਹਿ ਲਓ ਡਰਦੇ ਸੀ, ਜਾਂ ਉਹਨਾਂ ਨੇ ਸਾਡੀਆਂ ਕਹਿ ਲਓ ਕਿ ਇੰਡੀਅਨਸ ਦੀਆਂ ਮਾਨਤਾਵਾਂ ਦਾ, ਜਾਂ ਆਪਾਂ ਕਹਿ ਲਓ ਕਿ ਸਨਮਾਨ ਕੀਤਾ, ਜਿਹੜਾ ਕੰਮ ਅੰਗਰੇਜ਼ ਨਹੀਂ ਕਰਕੇ ਗਏ ਉਹ ਕੰਮ ਜਿਹੜੀ ਹੈ ਹੁਣ ਮੌਜੂਦਾ ਸਰਕਾਰ ਕਰਨ ਦੇ ਉੱਪਰ ਤੁਰੀ ਹੋਈ ਹੈ। ਤੇ ਸਰਕਾਰ ਦਾ ਜੇ ਆਪਾਂ ਪ੍ਰੈਕਟੀਕਲੀ ਐਕਸਪੀਰੀਅੰਸ ਵੀ ਦੇਖੀਏ ਤਾਂ ਸਰਕਾਰ ਨੇ ਜੇ 370 ਹਟਾਉਣ ਦੀ ਗੱਲ ਕੀਤੀ, ਹਟਾਤੀ, ਭਾਵੇਂ ਉਹਦਾ ਜੋ ਵਿਰੋਧ ਹੋਇਆ ਨਹੀਂ ਹੋਇਆ। ਜੇ ਉਹਨਾਂ ਨੇ ਰਾਮ ਮੰਦਿਰ ਦੀ ਗੱਲ ਕੀਤੀ ਤਾਂ ਉਹਨਾਂ ਨੇ ਉਹ ਮਸਲਾ ਹੱਲ ਕਰ ਲਿਆ। ਕਿ ਲੱਗਦਾ ਨਹੀਂ ਪਿਆ ਕਿ ਇਹ ਹਾਲਾਤਾਂ ਵਿੱਚ, ਕਿਉਂਕਿ ਮੇਜੋਰਟੀ ਕਿਤੇ ਨਾ ਕਿਤੇ BJP ਦੇ ਕੋਲ ਹੈਗੀ ਹੈ, ਕੁਝ ਸੀਟਾਂ ਦਾ ਫਰਕ ਆ ਰਹੀਆਂ ਨੇ ਗੱਲਾਂ, ਕਿ ਹੋ ਸਕਦਾ ਕਿ ਅਜੇ ਵੀ ਇਹਨਾਂ ਨੂੰ ਵੋਟ ਬਿੱਲ ਪਾਸ ਕਰਾਉਣ 'ਚ ਮੁਸ਼ਕਲ ਆਵੇ, ਪਰ ਕੁਝ ਹੋਰ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜੇ ਉੱਥੇ ਸਪੋਰਟ ਕਰ ਗਈਆਂ, ਬਿੱਲ ਤਾਂ ਫਿਰ ਪਾਸ ਹੋ ਜਾਏਗਾ, ਕਾਨੂੰਨ ਬਣ ਜਾਏਗਾ। ਦੇਖੋ, ਆਪਾਂ ਪਹਿਲਾਂ ਵੀ ਗੋਆ ਦੀ ਗੱਲ ਕੀਤੀ ਸੀ। ਗੋਆ ਦੇ ਵਿੱਚ ਪੁਰਤਗਾਲੀ ਜਿਹੜੇ ਆ ਉਹ ਆਏ 1510 ਦੇ ਵਿੱਚ। 1498 ਵਿੱਚ ਵਾਸਕੋ ਡੀ ਗਾਮਾ ਆਇਆ, ਉਹ ਇੱਕ ਵਪਾਰੀ ਸੀਗਾ, ਉਹਨੇ ਜਾ ਕੇ ਉਹਨਾਂ ਦੱਸਿਆ ਵੀ ਉਹ ਤੇ ਬੜੀ ਫਰਟਾਈਲ ਲੈਂਡ ਆ। ਉਹ ਮੁੜ ਕੇ ਭੱਜ ਕੇ ਉਹਨਾਂ ਦਾ ਕੋਈ ਜਰਨੈਲ ਸੀ ਅਫੰਸੋ, ਉਹਨੇ ਹਮਲਾ ਕਰਕੇ ਤੇ ਇਹ ਕਿਸੇ ਹਿੰਦੂ ਸਟੇਟ ਦੇ ਵਿੱਚ ਸੀਗਾ ਉਹਦਾ ਪਾਰਟ, ਉਹ ਖੋਹ ਲਿਆ ਨਾ
450 ਸਾਲ ਪੁਰਤਗਾਲੀ ਉੱਥੇ ਰਹੇ। ਦੇਖੋ ਉਹਨਾਂ ਨੇ ਆਪਣੀਆਂ ਜਿਹੜੀਆਂ ਰਵਾਇਤਾਂ ਕ੍ਰਿਸਚੈਨਿਟੀ ਉਹਨਾਂ ਸਾਰਾ ਕਨਵਰਟ ਕਰਤਾ। ਅੱਜ ਵੀ ਤੁਹਾਨੂੰ ਗੋਆ ਦੇ ਵਿੱਚ ਥਾਂ ਥਾਂ ਜਿਹੜੇ ਗਿਰਜੇ ਮਿਲਦੇ ਆ, ਉਹ ਜਿਹੜੇ ਕੈਥੋਲਿਕ ਦੇ ਵਿੱਚ ਸਾਰੇ ਲੋਕ ਜਿਹੜੇ ਕਨਵਰਟ ਹੋ ਗਏ। ਅੱਛਾ, ਅੱਜ ਮਤਲਬ ਗੋਆ ਦੇ ਵਿੱਚ ਉਹਨਾਂ ਨੇ ਜਿਹੜਾ 1961 ਦੇ ਲਾਗੇ ਸ਼ਾਇਦ ਜਦੋਂ ਇਹ ਲਾਗੂ ਹੋਇਆ ਵਾ 1961 ਚ ਆਜ਼ਾਦ ਹੋਏ, ਉਦੋਂ ਹੀ ਉੱਥੇ ਯੂਨੀਫਾਰਮ ਸਿਵਲ ਕੋਡ ਜਿਹੜਾ ਉਹ ਲਾਗੂ ਹੋ ਗਿਆ। ਪਰ ਉੱਥੇ ਵੀ ਬਾਈਗਾਮੀ ਹੈਗੀ ਆ। ਜੇ ਮਤਲਬ ਅੱਜ ਉੱਥੇ ਹਿੰਦੂ ਜਿਹੜਾ ਵਾ, ਹਿੰਦੂ ਉਸ ਤਰ੍ਹਾਂ ਤੇ ਦੂਜਾ ਵਿਆਹ ਕਰਾਵੇ ਤੇ ਉੱਤੇ ਪਰਚਾ ਹੋ ਜਾਂਦਾ, ਠੀਕ ਹੈ ਨਾ। ਤੇ ਉੱਥੇ ਗੋਆ ਦੇ ਵਿੱਚ ਤੁਸੀਂ ਉਹ ਜੇ 30 ਸਾਲ ਤੱਕ ਮੇਲ ਚਾਈਲਡ ਜਾਂ ਉਹ ਪ੍ਰੋਵੀਜ਼ਨ ਨੇ, ਜੇ ਨਹੀਂ ਹੁੰਦਾ ਤੇ ਤੁਸੀਂ ਜਿਹੜਾ ਵਾ ਹਿੰਦੂ ਕੈਨ ਰੀਮੈਰੀ, ਤੇ ਉੱਥੇ ਵੀ ਹੈਗਾ। ਤੇ ਫਿਰ ਯੂਨੀਫਾਰਮ ਸਿਵਲ ਕੋਡ ਕਿਸ ਤਰ੍ਹਾਂ ਰਵਾਇਤ ਉਹ ਹਿੰਦੂਆਂ ਦੀ ਆ ਗੋਆ ਦੇ ਵਿੱਚ, ਉੱਥੇ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ। ਸੋ ਇਹ ਪੋਸੀਬਲ ਨਹੀਂ ਹੈਗਾ। ਜਿਹੜੇ ਲੋਕਲ ਕਸਟਮ ਨੇ, ਲੋਕਲ ਰਵਾਇਤਾਂ ਨੇ, ਹਾਂ ਜੇ ਤੇ ਉਹ ਤੁਹਾਡੇ ਸਮਾਜ ਦੇ ਵਿਰੁੱਧ ਨੇ ਤਾਂ ਫਿਰ ਤਾਂ ਤੁਸੀਂ ਲੋਕਾਂ ਨੂੰ ਐਜੂਕੇਟ ਕਰੋ ਵੀ ਇਹ ਛੱਡ ਦੋ। ਹੁਣ ਗੁਰੂ ਸਾਹਿਬ ਨੇ ਸਤੀ ਪ੍ਰਥਾ ਖਤਮ ਕੀਤੀ, ਠੀਕ ਹੈ ਨਾ, ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਬੋਲੇ। ਤੇ ਜਿਹੜੀਆਂ ਅਗੇਂਸਟ ਟੂ ਜਿਹੜੀਆਂ ਪਬਲਿਕ ਪਾਲਿਸੀ ਆ ਜਾਂ ਸੁਸਾਇਟੀ ਦੇ ਵਿਰੁੱਧ ਆ, ਤੇ ਉਹ ਚੀਜ਼ਾਂ, ਉਹ ਕਸਟਮ ਜਿਹੜੇ ਖਤਮ ਕਰਨੇ ਮਾੜੀ ਗੱਲ ਨਹੀਂ ਗੀ। ਮਤਲਬ ਕੰਮ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਹੋਣੀ ਚਾਹੀਦੀ ਹੈ। ਜੇ ਸਮਾਜ ਦਾ ਭਲਾ ਹੁੰਦਾ ਤਾਂ ਉਹ ਕਰਨਾ ਚਾਹੀਦਾ। ਹੁਣ ਪਰ ਇਹਨਾਂ ਦਾ ਏਜੰਡਾ ਜਿਹੜਾ ਉਹ ਪਬਲਿਕ ਵੈਲਫੇਅਰ ਨਹੀਂ ਹੈਗਾ, ਲੋਕਾਂ ਦੀ ਵੈਲਫੇਅਰ ਨਹੀਂ ਹੈਗਾ। ਕਿਉਂਕਿ ਇਹ ਲੋਕ ਪੁੱਠੇ ਦਿਮਾਗ ਦੇ ਨੇ। ਇਹ ਦੰਗੇ ਕਰਾ ਸਕਦੇ ਆ ਮੰਦਿਰਾਂ ਦੇ ਨਾਂ ਤੇ, ਮਸੀਤਾਂ ਦੇ ਨਾਂ ਤੇ, ਗੁਰਦੁਆਰੇ ਦੇ ਨਾਂ ਤੇ। ਇਹ ਸਮਾਜ ਦਾ ਭਲਾ ਨਹੀਂ ਕਰ ਸਕਦੇ। ਮਤਲਬ ਕਹਿਣ ਦਾ ਭਾਵ ਹੈ ਕਿ ਕਾਨੂੰਨ ਜਿਵੇਂ ਦਾ ਮਰਜ਼ੀ ਹੋਵੇ, ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਨੀਅਤ ਹੈ, ਇੰਟੈਂਸ਼ਨ ਹੈ, ਉਹ ਠੀਕ ਨਹੀਂ ਹੈ। ਪਰ ਉਹ ਆਂਦੇ ਨੀਤੀ, ਉਹ ਨੀਅਤ ਤੇ ਨੀਤੀ 'ਚ ਫਰਕ ਆ। ਤੇ ਇਹ ਲੱਗਦਾ ਨਹੀਂ ਗਾ ਕਿ ਜਿਹੜਾ ਇਹ ਉੱਪਰੋਂ ਵਿਖਾ ਰਹੇ ਆ, ਵਿੱਚੋਂ ਇਹਨਾਂ ਦੀ ਭਾਵਨਾ ਵੀ ਉਹ ਹੋਏਗੀ। ਇਹਨਾਂ ਦੀ ਭਾਵਨਾ ਤਾਂ ਹੈਗੀ ਆ ਆਪਣੇ ਦੇਸ਼ ਨੂੰ ਵੰਡਣ ਦੀ, ਲੋਕਾਂ ਨੂੰ ਉਹ ਜਿਹੜੀਆਂ ਹਿੰਦੂ ਵੋਟਾਂ ਪੋਲਰਾਈਜ਼ ਕਰਨ ਦੀ, ਤੇ ਮੁਸਲਿਮ ਤੇ ਦੂਜੀਆਂ ਘੱਟ ਗਿਣਤੀਆਂ ਦੂਜੇ ਬੰਨੇ ਹੋ ਜਾਣ। ਤੇ ਉਹ ਇਹਨਾਂ ਦਾ ਜੇ ਉਹ ਵੋਟਾਂ 'ਚ ਕਨਵਰਟ ਹੋ ਜਾਣ ਤੇ ਇਹਨਾਂ ਦਾ ਮੁੱਦਾ ਤਾਂ ਹੱਲ ਇਹਨਾਂ ਨੂੰ UCC ਨਾਲ ਕੀ, ਇਹਨਾਂ ਦਾ ਆਪਣੀ ਅਗਲੀ ਵਾਰੀ ਇਲੈਕਸ਼ਨ ਜਿੱਤਣ ਦਾ ਇੱਕ ਕੋਝਾ ਹੱਥ ਕੰਡਾ ਵਾ। ਇਹ ਸਮਾਜ ਦੇ ਭਲੇ ਵਾਲੀ ਕੋਈ ਗੱਲ ਨਹੀਂ। ਆਪਾਂ ਗੱਲ ਕਰੀਏ ਪੰਜਾਬ ਦੀ ਜਾਂ ਸਿੱਖ ਕਮਿਊਨਿਟੀ ਦੇ ਪੱਖ ਤੋਂ, ਇਸ ਟਾਈਮ ਫਿਰ ਇਹਨਾਂ ਦੀ ਜ਼ਿੰਮੇਵਾਰੀ ਕੀ ਬਣਦੀ ਹੈ, ਚਾਹੇ ਸਾਡੀਆਂ ਸਿੱਖ ਸੰਸਥਾਵਾਂ ਨੇ, ਚਾਹੇ ਸਾਡੇ ਜਿਹੜੇ ਸਿੱਖ ਬੁੱਧੀਜੀਵੀ ਨੇ। ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਪ੍ਰਭਾਵ ਤਾਂ ਮੁਸਲਮਾਨਾਂ ਤੋਂ ਟਾਰਗੇਟ ਤੋਂ ਬਾਅਦ ਕਿਤੇ ਨਾ ਕਿਤੇ ਸਿੱਖਾਂ ਦੇ ਉੱਪਰ ਵੀ ਅਟੈਕ ਤਾਂ ਹੋਣਾ ਹੀ ਹੈ। ਜੀ ਜੀ। ਤਾਂ ਫਿਰ ਕੀ ਲੱਗਦਾ ਪਿਆ ਅਜਿਹੇ ਸਮੇਂ ਦੇ ਵਿੱਚ ਜਦੋਂ ਯੂਨੀਫਾਰਮ ਸਿਵਲ ਕੋਡ ਦੀ ਚੱਲਦੀ ਪਈ ਹੈ, ਕਿ ਜ਼ਿੰਮੇਵਾਰੀ ਕੀ ਹੋਣੀ ਚਾਹੀਦੀ ਹੈ, ਕਿਵੇਂ ਆਪਣਾ ਪੱਖ ਜਿਹੜਾ ਰੱਖਿਆ ਜਾ ਸਕੇ, ਖਾਸ ਕਰਕੇ ਉਸ ਪਲੇਟਫਾਰਮ ਦੇ ਉੱਪਰ ਜਿੱਥੋਂ ਕਾਨੂੰਨ ਬਣ ਕੇ ਆਉਣੇ ਨੇ, ਜਾਂ ਜਿੱਥੇ ਦੀ ਜਿਹੜੀ ਗੱਲ ਹੈ ਔਨ ਰਿਕਾਰਡ ਆਵੇ। ਦੇਖੋ ਜੀ, ਉਹਦਾ ਖਰੜਾ ਜਿਹੜਾ ਵਾ, ਜਿਹੜੇ ਸਿੱਖ ਬੁੱਧੀਜੀਵੀ ਆ ਉਹਨਾਂ ਨੂੰ ਖਰੜਾ ਉਹਦਾ ਪੜ੍ਹਨਾ ਚਾਹੀਦਾ, ਆਪਣੇ ਆਬਜੈਕਸ਼ਨ ਦੇਣੇ ਚਾਹੀਦੇ ਆ, ਠੀਕ ਹੈ ਜੀ। ਜੇ ਫਿਰ ਵੀ ਨਾ ਹੋਵੇ ਤੇ ਪੰਜਾਬ ਸਰਕਾਰ ਜਿਹੜਾ ਵਾ ਉਹ ਆਪਣਾ ਐਕਸੈਪਸ਼ਨ ਲੈ ਸਕਦੀ ਕਿ ਐਗਜ਼ੈਂਪਟਡ, ਪਿਲਾ ਵੀ ਸਾਡਾ ਪੰਜਾਬ ਐਗਜ਼ੈਂਪਟ ਕਰ ਦਿਓ, ਬਾਕੀ ਦੇ ਤੁਸੀਂ ਲਾਗੂ ਕਰ ਲਓ, ਸਾਨੂੰ ਕੋਈ ਇਤਰਾਜ਼ ਨਹੀਂ, ਠੀਕ ਹੈ ਨਾ। ਕਿਉਂਕਿ ਜਦੋਂ ਦੇਸ਼ ਦੀ ਸਟਰਗਲ ਦੀ ਗੱਲ ਚੱਲਣ ਡਈ, ਆਜ਼ਾਦੀ ਦੀ ਲਹਿਰ ਚੱਲਣ ਡਈ ਸੀ, ਤੇ ਸਿੱਖਾਂ ਦਾ ਯੋਗਦਾਨ ਜਿਹੜਾ ਵਾ ਉਹ ਕਿਸੇ ਕੋ ਭੁੱਲਿਆ ਤੇ ਹੈ ਨਹੀਂ। ਜਿੰਨਾ ਮਰਜ਼ੀ ਇਤਿਹਾਸ ਬਦਲ ਲੈਣ, ਇਹ ਸਾਡੇ ਸ਼ਹੀਦਾਂ ਦੇ ਨਾਂ ਨਹੀਂ ਖਤਮ ਕਰ ਸਕਦੇ। ਨਾ ਊਧਮ ਸਿੰਘ ਖਤਮ ਹੋਣਾ ਤੇ ਨਾ ਭਗਤ ਸਿੰਘ ਖਤਮ ਹੋਣਾ, ਨਾ ਕਰਤਾਰ ਸਿੰਘ ਸਰਾਭਾ ਖਤਮ ਹੋਣਾ, ਨਾ ਕਾਲੇ ਪਾਣੀ ਵਾਲੇ ਜਿਹੜੇ ਆ ਗਦਰੀ ਬਾਬੇ ਉਹ ਜਿਹੜੇ ਨਾ ਉਹ ਜਾਣੇ ਆ, ਠੀਕ ਹੈ ਨਾ। ਜਿਹੜਾ ਸਾਡਾ ਜਿਹੜਾ ਸੁਨਹਿਰਾ ਇਤਿਹਾਸ ਹੈ ਜਿਹੜਾ ਰਚਿਆ ਵਾ, ਉਹ ਨਹੀਂ ਕਿਤੇ ਜਾ ਸਕਦਾ। ਉਹ ਜਿੰਨੀਆਂ ਮਰਜ਼ੀ ਛੜਯੰਤਰ ਕਰ ਲੈਣ, ਅਸੀਂ ਦੇਸ਼ ਦੇ ਨੰਬਰ 1 ਨਾਗਰਿਕ ਹਾਂ ਤੇ ਨੰਬਰ 1 ਹੀ ਰਹਿਣਾ। ਭਾਵੇਂ ਸਾਨੂੰ ਅੱਛਾ, ਜਦੋਂ ਇਹਨਾਂ ਸਾਨੂੰ ਪ੍ਰੋਮਿਸ ਕੀਤਾ ਕਿ ਤੁਹਾਨੂੰ ਉਹ ਇਹੋ ਜਿਹਾ ਖਿੱਤਾ ਦੇਵਾਂਗੇ ਜਿੱਥੇ ਸਿੱਖ ਆਪਣੀਆਂ ਰਵਾਇਤਾਂ, ਆਪਣੇ ਕਸਟਮ, ਆਪਣੇ ਧਰਮ ਨੂੰ ਮੰਨਣਗੇ, ਉਹਨੂੰ ਬਚਾ ਕੇ ਰੱਖਣਗੇ, ਉਹਦੇ ਵਾਸਤੇ ਆਪਣਾ ਕਰਨ। ਤੇ ਇਹਨਾਂ ਨੇ ਜਦੋਂ 47 ਤੋਂ ਬਾਅਦ ਮੁੱਕਰ ਗਏ। ਅੱਜ ਜਿੰਨਾ ਵੀ ਆਪਣਾ ਉਸ ਤੋਂ ਬਾਅਦ ਸਾਰੀ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਲਹਿਰ, ਪੰਜਾਬੀ ਸੂਬਾ ਲਾ ਲਓ, ਉਸ ਤੋਂ ਬਾਅਦ ਬਲੂ ਸਟਾਰ ਲਾ ਲਓ, ਜੋ ਸਾਰਾ ਕੁਝ ਹੋਇਆ ਵਾ, ਤੇ ਇਹਨਾਂ ਦੇ ਮੁਕਰਨ ਕਰਕੇ ਹੀ ਹੋਇਆ। ਤੁਸੀਂ ਸਾਨੂੰ ਕਿਹੜਾ ਖਿੱਤਾ ਤਾ, ਤੁਸੀਂ ਸਾਡਾ ਸਾਰਾ ਕੁਝ ਖੋਹ ਲਿਆ। ਅੱਜ ਪੰਜਾਬ ਯੂਨੀਵਰਸਿਟੀ ਜਿਹੜੀ ਆਪਣੀ ਪੰਜਾਬੀ ਚੰਡੀਗੜ੍ਹ ਯੂਨੀਵਰਸਿਟੀ ਆ, ਉਹ ਪੰਜਾਬ ਦੀ ਜਿਹੜੀ ਆ ਮੁੱਢਲੀ ਯੂਨੀਵਰਸਿਟੀ ਸੀ, ਤੇ ਉਦੋਂ ਤੋਂ ਵੀ ਸਾਡਾ ਹੱਕ ਖਤਮ ਹੋਣ ਡਿਆ। ਸੋ ਕਹਿਣ ਤੋਂ ਭਾਵ ਹੈ ਕਿ ਇਹ ਘੱਟ ਗਿਣਤੀਆਂ ਤੇ ਜਾਂ ਘੱਟ ਗਿਣਤੀ ਭਾਸ਼ਾਵਾਂ ਦੇ ਉੱਤੇ ਹਮਲਾ ਨਹੀਂ ਹੋਣਾ ਚਾਹੀਦਾ। ਸਾਰੀਆਂ ਭਾਸ਼ਾਵਾਂ ਨੂੰ ਜਿਹੜਾ ਉਹ ਪੂਰਾ ਹੱਕ ਹੋਣਾ ਚਾਹੀਦਾ। ਉਹਨਾਂ ਦੀ ਰੱਖਿਆ ਕਰੋ, ਉਹਨਾਂ ਨੂੰ ਸਿਕਿਉਰਿਟੀ ਦਿਓ, ਸਾਰੀਆਂ ਘੱਟ ਗਿਣਤੀਆਂ ਨੂੰ ਸਿਕਿਉਰਿਟੀ ਦਿਓ। ਇਹ ਇੱਕ ਗੁਲਦਸਤਾ ਵਾ, ਵੱਖ-ਵੱਖ ਜਿਹੜੇ ਲੋਕ ਨੇ, ਇਹ ਸਾਡਾ ਇੱਕ ਸੋਹਣਾ ਗੁਲਦਸਤਾ ਵਾ, ਤੇ ਇਹ ਗੁਲਦਸਤਾ ਇਸੇ ਤਰ੍ਹਾਂ ਹੀ ਵਾਧਾ ਫੁੱਲਦਾ ਰਹੇ ਤੇ ਖੁਸ਼ਬੂ ਦਿੰਦਾ ਰਹੇ, ਸਾਡਾ ਦੇਸ਼ ਜਿਹੜਾ ਤਰੱਕੀ ਕਰੇ। ਤੁਸੀਂ ਗੱਲ ਕੀਤੀ ਪੰਜਾਬ ਸਰਕਾਰ ਦੀ। ਪੰਜਾਬ ਸਰਕਾਰ ਦੇ ਵਿੱਚੋਂ ਜਿਹੜੇ ਪੰਜਾਬ ਦੇ CM ਨੇ ਭਗਵੰਤ ਮਾਨ, ਉਹਨਾਂ ਦਾ ਤਾਂ ਇਹ ਬਿਆਨ ਆਇਆ
ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਲਾਗੂ ਨਹੀਂ ਹੋਣਾ ਚਾਹੀਦਾ, ਉਹ ਕਿਤੇ ਨਾ ਕਿਤੇ ਆਪਣੇ ਬਿਆਨ ਦੇ ਵਿੱਚ ਇਹਦਾ ਵਿਰੋਧ ਕਰਦੇ ਨਜ਼ਰ ਆਏ ਨੇ। ਪਰ ਜਿਹੜੀ ਇਹਨਾਂ ਦੇ ਉੱਪਰ ਆਕਾ ਬੈਠੇ ਨੇ, ਜਿਹੜੀ ਇਹਨਾਂ ਦੀ ਕੇਂਦਰੀ ਲੀਡਰਸ਼ਿਪ ਹੈ, ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਉਹ ਕਿਤੇ ਨਾ ਕਿਤੇ ਖੁੱਲ੍ਹ ਕੇ ਵਿਰੋਧ ਨਹੀਂ ਕਰਦੀ ਵੀ, ਤੇ ਕਿਤੇ ਨਾ ਕਿਤੇ ਤਾਂ ਇਹ ਵੀ ਲੱਗਦਾ ਪਿਆ ਕਿ ਉਹ ਯੂਨੀਫਾਰਮ ਸਿਵਲ ਕੋਡ ਦੇ ਹੱਕ ਦੇ ਵਿੱਚ ਭੁਗਤਦੀ ਨਜ਼ਰ ਆ ਰਹੀ ਹੈ। ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰੀਏ ਕਿ ਜੋ ਨੈਸ਼ਨਲਿਜ਼ਮ ਦੀ ਗੱਲ ਬੀਜੇਪੀ ਕਰਦੀ ਹੈ, ਉਹੀ ਨੈਸ਼ਨਲਿਜ਼ਮ ਦੀ ਗੱਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਕਰਦੀ ਹੈ। ਫੈਡਰਲ ਜਿਹੜਾ ਸਟਰਕਚਰ ਆਫ ਇੰਡੀਅਨ ਕਨਸਟੀਟਿਊਸ਼ਨ ਹੈ, ਸੰਘੀ ਢਾਂਚਾ ਹੈ, ਉਹਦੀ ਇਹ ਗੱਲ ਕਰਦੇ ਨਹੀਂ ਹੈ। ਕੀ ਲੱਗਦਾ ਪਿਆ ਕਿ ਪੰਜਾਬ ਸਰਕਾਰ ਦੇ ਵਿੱਚੋਂ ਭਗਵੰਤ ਮਾਨ ਨੇ ਜੇ ਮੰਨ ਲਓ ਵਿਰੋਧ ਕਰ ਵੀ ਦਿੱਤਾ ਤਾਂ ਭਗਵੰਤ ਮਾਨ ਦੇ ਵਿਰੋਧ ਦੀ ਕੋਈ ਵੈਲਿਊ ਹੋਊਗੀ ਜਦੋਂ ਉਹੋ ਜਿਹੇ ਹਾਲਾਤਾਂ ਦੇ ਵਿੱਚ ਜਦੋਂ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਉਹ ਸੈਂਟਰ ਦੇ ਨਾਲ ਮਿਲ ਕੇ ਕੰਮ ਕਰੇਗੀ? ਦੇਖੋ, ਭਗਵੰਤ ਮਾਨ ਨੇ ਇੱਕ ਜੁਰਤ ਕੀਤੀ ਕਿ ਸੰਦੀਪ ਪਾਠਕ ਹੋਣੀ ਜਾਂ ਕਿ ਉਹਨਾਂ ਦੀ ਜਿਹੜੀ ਉੱਤਰਲੀ ਸਿਖਰਲੀ ਲੀਡਰਸ਼ਿਪ ਸੀ ਉਹ ਯੂਸੀਸੀ ਦੇ ਹੱਕ ਵਿੱਚ ਬੋਲੀ, ਤੇ ਭਗਵੰਤ ਮਾਨ ਨੇ, ਕਿਉਂਕਿ ਹੋ ਸਕਦਾ ਵਾ ਇਹਨੇ ਆਪਣੇ ਪੰਜਾਬ ਦੇ ਕਲਚਰ, ਪੰਜਾਬ ਦੇ ਸੱਭਿਆਚਾਰ, ਪੰਜਾਬ ਦੀਆਂ ਰਵਾਇਤਾਂ, ਉਹਦੇ ਵਾਸਤੇ ਇਹਨੇ ਇਹ ਆਵਾਜ਼ ਉਠਾਈ ਹੋਵੇ ਕਿ ਨਹੀਂ ਤੁਸੀਂ ਬਾਕੀ ਦੇਸ਼ 'ਚ ਲਾਗੂ ਕਰ ਲਓ, ਅਸੀਂ ਆਪਣੇ ਇੱਥੇ ਨਹੀਂ ਹੋਣ ਦੇਣਾ। ਤਾਂ ਆਈ ਥਿੰਕ ਕਿ ਇਹਨਾਂ ਨੂੰ ਐਗਜ਼ੈਂਪਸ਼ਨ ਲੈ ਲੈਣੀ ਚਾਹੀਦੀ ਹੈ, ਉਹ ਕਰ ਲੈਣ ਬਾਕੀ ਦੇਸ਼ 'ਚ ਲਾਗੂ, ਜੇ ਉਹਨਾਂ ਕਰਨਾ ਤੇ ਪੰਜਾਬ ਨੂੰ ਐਗਜ਼ੈਂਪਟ ਕਰ ਦਿਓ, ਠੀਕ ਹੈ ਨਾ। ਤੇ ਐਗਜ਼ੈਂਪਸ਼ਨ ਹੋ ਸਕਦੀ ਹੈ ਜੇ ਆਈਪੀਸੀ ਨਹੀਂ ਕਸ਼ਮੀਰ 'ਚ ਕਈ ਸਾਲ ਲਾਗੂ ਹੋਈ ਤੇ ਉੱਥੇ ਰਣਵੀਰ ਪਿੰਨਲ ਕੋਡ ਚੱਲਦਾ ਹੀ ਰਿਹਾ, ਹੋਰ ਬਥੇਰੀ ਲੈਜਿਸਲੇਸ਼ਨ ਚਰਚਾ ਚੱਲਦੀ ਪਈ ਹੈ ਕਿ ਜਿਹੜੇ ਨਾਰਥ ਈਸਟ ਸਟੇਟਸ ਨੇ ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾ ਸਕਦਾ ਹੈ, ਕੁਝ ਕਬੀਲੇਜ਼ ਨੇ ਉਹਨਾਂ ਨੂੰ ਵੀ ਜਿਹੜਾ ਐਗਜ਼ੈਂਪਟ ਕੀਤਾ ਜਾ ਸਕਦਾ, ਔਰ ਐਗਜ਼ੈਂਪਸ਼ਨ ਹੋ ਸਕਦੀ ਆ ਜੇ ਇਹਨਾਂ ਨੂੰ ਕੋਈ। ਪਰ ਵੇਖੋ ਗੱਲ ਇਹ ਆ ਵੀ ਹੈ ਤਾਂ ਦੇਸ਼ ਦਾ ਜਿਹੜਾ ਰਾਜਨੀਤਿਕ ਜਾਂ ਜਿਹੜਾ ਮਾਹੌਲ ਆ, ਸੱਭਿਆਚਾਰਕ ਜਿਹੜਾ ਰਾਜਨੀਤਿਕ ਸੱਭਿਆਚਾਰ ਉਹਨੂੰ ਅਡਲਟ ਦੂਸ਼ਿਤ ਕਰਨ ਵਾਲੀ ਗੱਲ ਆ। ਤੇ ਮੇਰੇ ਹਿਸਾਬ ਨਾਲ ਇਹਨਾਂ ਨੂੰ ਇਹ ਪੰਗਾ ਨਹੀਂ ਲੈਣਾ ਚਾਹੀਦਾ। ਇਹਦੇ ਨਾਲ ਕੋਈ ਤੁਹਾਡੀ ਇਕਨੋਮਿਕ ਜਾਂ ਡਿਵੈਲਪਮੈਂਟ ਨਹੀਂ ਹੋਣੀ, ਠੀਕ ਹੈ ਨਾ। ਵੋਟਾਂ ਤੇ ਚਾਰ ਵੱਧ ਸਕਦੀਆਂ, ਦੰਗੇ ਹੋ ਸਕਦੇ ਆ, ਪੋਲਰਾਈਜੇਸ਼ਨ ਹੋ ਸਕਦੀ ਆ, ਪਰ ਇਹਦੇ ਨਾਲ ਤੁਹਾਡੀ ਇਕਨੋਮਿਕ ਡਿਵੈਲਪਮੈਂਟ ਜਾਂ ਉਹ ਨਹੀਂ ਹੋ ਸਕਦੀ। ਸੋ ਇਸ ਕਰਕੇ ਸਰਕਾਰ ਨੂੰ ਬਚਣਾ ਚਾਹੀਦਾ, ਪਰ ਇਹਨਾਂ ਦਾ ਏਜੰਡਾ ਸਿਰਫ ਉਹੀ ਘੱਟ ਗਿਣਤੀਆਂ ਨੂੰ ਦਬਾਉਣ ਵਾਲਾ ਹੀ ਆ, ਹੋਰ ਇਹਨਾਂ ਨੂੰ। ਤੁਸੀਂ ਗੱਲ ਕਰਦੇ ਪਏ ਐਗਜ਼ੈਂਪਸ਼ਨ ਦੀ, ਜੇ ਕੱਲ ਨੂੰ ਇਹ ਐਗਜ਼ੈਂਪਸ਼ਨ ਮੰਨ ਲਓ ਕਿ ਪੰਜਾਬ ਸਰਕਾਰ ਪੰਜਾਬ ਨੂੰ ਐਗਜ਼ੈਂਪਟ ਕਰ ਦਿੱਤਾ, ਕੱਲ ਨੂੰ ਹੋਰ ਸਟੇਟਾਂ ਵੀ ਐਗਜ਼ੈਂਪਸ਼ਨ ਦੀ ਮੰਗ ਕਰਨਗੀਆਂ, ਫਿਰ ਜੇ ਐਗਜ਼ੈਂਪਸ਼ਨਾਂ ਹੀ ਦੇਣੀਆਂ ਨੇ ਤਾਂ ਫਿਰ ਇਹ ਸਾਰਾ ਪੰਗਾ ਲੈਣ ਦੀ ਲੋੜ ਕੀ ਹੈ? ਦੇਖੋ, ਅਸੀਂ ਤਾਂ ਕਹਿਣ ਡਿਆ ਵੀ ਇਹ ਨਹੀਂ ਹੋਣਾ ਚਾਹੀਦਾ। ਸਾਡੇ ਕੋਲ ਆਲਰੇਡੀ ਲੈਜਿਸਲੇਸ਼ਨ ਕਿਹੜੇ ਪੁਆਇੰਟ ਤੇ ਨਹੀਂ ਹੈਗੀ, ਕਾਨੂੰਨ ਸਾਰੇ ਪੁਆਇੰਟਾਂ ਤੇ ਹੈਗਾ। ਕਿਹੜੇ ਪੁਆਇੰਟ ਤੇ ਕਾਨੂੰਨ ਹੈ? ਮਤਲਬ ਪ੍ਰਾਪਰਟੀ ਤੇ ਹੈਗਾ, ਸਕਸੈਸ਼ਨ ਤੇ ਹੈਗਾ, ਇਨਹੈਰੀਟੈਂਸ, ਸਾਰਾ ਕੁਝ ਹੈਗਾ, ਤੇ ਹੋਰ ਕਾਨੂੰਨ ਦੀ ਲੋੜ ਨਹੀਂ। ਮੁਸਲਿਮਸ ਆਰ ਇੰਜੋਇੰਗ ਦੇਅਰ ਲਾ ਐਜ ਪਰ ਦੇਅਰ ਰਿਲੀਜੀਅਸ ਸੋਲ, ਜਾਂ ਜੋ ਵੀ ਭਾਵਨਾ ਹੈਗੀ ਉਹਨਾਂ ਦੀ। ਜੇ ਆਪਾਂ ਜਿਹੜੇ ਆਪਣੇ ਮੈਰਿਜਸ ਲਾਅ ਉਹਨਾਂ ਨੂੰ ਪੜ੍ਹ ਕੇ ਦੇਖੀਏ, ਯੂਨੀਫਾਰਮ ਸਿਵਲ ਕੋਡ ਕਿਤੇ ਨਾ ਕਿਤੇ ਲਾਗੂ ਹੈਗਾ। 1954 ਵਾਲਾ ਮੈਰਿਜ ਐਕਟ ਪੜ੍ਹ ਕੇ ਦੇਖੀਏ, ਉਹਦੇ ਵਿੱਚ ਹੈਗਾ ਕਿ ਕੋਈ ਵੀ ਜਿਹੜਾ 18-21 ਸਾਲ ਦੀ ਉਮਰ ਵਾਲਾ ਬੰਦਾ ਮੈਰਿਜ ਕਰਵਾ ਸਕਦਾ। ਉਹਦੇ ਵਿੱਚ ਇਹ ਨਹੀਂ ਵੇਖਦੇ ਕਿ ਕੌਣ ਹੈਗੇ ਨੇ। ਹਾਂ, ਉਹਦੇ ਵਿੱਚ ਸਪਿੰਡਾ ਜਾਂ ਪ੍ਰੋਹਿਬਿਟਡ ਦੀ ਜਿਹੜੀ ਗੱਲਬਾਤ ਕੀਤੀ ਆ, ਜੇ ਤੁਸੀਂ ਇੱਕ ਵਾਰੀ ਮੈਰਿਜ 1954 ਵਾਲੇ ਐਕਟ ਦੇ ਮੁਤਾਬਿਕ ਕਰ ਲਈ, ਤੁਸੀਂ ਪਰਸਨਲ ਲਾਅ ਤੋਂ ਦੂਰ ਹੋ ਗਏ। ਜੇ ਮੁਸਲਿਮ ਦੇ ਵਿੱਚ ਅਡੋਪਸ਼ਨ ਦਾ ਕੰਸੈਪਟ ਨਹੀਂ ਸੀ ਹੈਗਾ ਤਾਂ ਉਹ ਜਿਹੜਾ ਵਾ ਜੁਵੇਨਾਈਲ ਐਕਟ ਆ 2006 ਵਾਲਾ, ਉਹ ਅਲਾਉ ਕਰਦਾ ਪਿਆ ਵਾ ਕਿ ਤੁਸੀਂ ਕਰਦੇ ਪਿਓ। ਫਿਰ ਉਹੀ ਗੱਲ ਹੈ ਨਾ ਕਿ ਅੱਡੀਆਂ ਚੁੱਕ ਕੇ ਫਾਕ ਲੈਂਦੇ ਕਿਉਂ ਪਏ ਆ? ਤੁਸੀਂ ਗੱਲ ਬੜੀ ਵਧੀਆ ਕੀਤੀ। ਜਿਹੜਾ 1954 ਵਾਲਾ ਕਾਨੂੰਨ ਹੈ ਉਹ ਬਿਲਕੁਲ ਸੈਕੂਲਰ ਕਾਨੂੰਨ ਹੈ, ਉਹ ਆਲਰੇਡੀ ਯੂਨੀਫਾਰਮ ਹੈ, ਉਹ ਬਿਲਕੁਲ ਬਰਾਬਰਤਾ ਦਿੰਦਾ ਵਾ। ਕੋਈ ਵੀ ਇੰਡੀਅਨ ਸਿਟੀਜ਼ਨ ਜਿਹੜਾ ਵਾ ਉਸ ਕਾਨੂੰਨ ਥਰੂ ਮੈਰਿਜ ਕਰਾ ਸਕਦਾ। ਜਿਹਨੇ ਹਿੰਦੂ ਮੈਰਿਜ ਐਕਟ ਜਾਂ ਆਨੰਦ ਕਾਰਜ ਜਾਂ ਕਿਸੇ ਥੱਲੇ ਨਹੀਂ ਆਉਣੀ ਤਾਂ ਉਹ ਬੰਦਾ ਉਹਦੇ ਨਾਲ ਉਸ ਤਰੀਕੇ ਨਾਲ ਆਪਣਾ ਵਿਆਹ ਕਰਾ ਸਕਦਾ। ਤਾਂ ਉਹ ਇੱਕ ਬੜਾ ਵਧੀਆ ਸੈਕੂਲਰ ਲਾ ਆਲਰੇਡੀ ਹੈਗਾ। ਜੇ ਕਿ ਇਹਨੂੰ ਬਾਕੀ ਪ੍ਰੋਬਲਮ ਆ ਤੇ ਸਾਡੇ ਕੋਲ 1954 ਵਾਲਾ ਕਾਨੂੰਨ ਹੈਗਾ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਸ ਕਾਨੂੰਨ ਦੀ ਕੋਈ ਲੋੜ ਹੈ। ਸਿਰਫ ਇੱਕ ਰਾਜਨੀਤਿਕ ਪਰਪੰਚ ਆ ਵੋਟਾਂ ਵਾਸਤੇ, ਇਸ ਤੋਂ ਵੱਧ ਕੁਝ ਨਹੀਂ ਹੈਗਾ। ਜੀ ਧੰਨਵਾਦ। ਤਾਂ ਗੱਲਬਾਤ ਨੂੰ ਜਦੋਂ ਅਸੀਂ ਕਨਕਲੂਡ ਕਰੀਏ ਤਾਂ ਗੱਲ ਇਹੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਨੀਤੀ ਤੇ ਨੀਅਤ ਦੇ ਵਿੱਚ ਕਿਤੇ ਨਾ ਕਿਤੇ ਫਰਕ ਦਿਖਾਈ ਦੇ ਰਿਹਾ ਵੈ। ਸਰਕਾਰ ਦਾ ਉਦੇਸ਼ ਭਾਵੇਂ ਇਹ ਦਿਖਾਣਾ ਹੋ ਜਾਵੇ ਕਿ ਅਸੀਂ ਜਿਹੜੇ ਪਰਸਨਲ ਲਾਜ਼ ਨੇ ਉਹਨਾਂ ਦੇ ਵਿੱਚ ਅਸੀਂ ਰਿਫਾਰਮਸ ਕਰਦੇ ਪਏ ਹਾਂ, ਪਰ ਕਿਤੇ ਨਾ ਕਿਤੇ ਜਿਹੜੀ ਵਕੀਲ ਸਾਹਿਬ ਦੀ ਆਪਾਂ ਗੱਲ ਨੂੰ ਆਧਾਰ ਬਣਾ ਕੇ ਗੱਲ ਕਰੀਏ ਤਾਂ ਇਹ ਨਿਕਲਦੀ ਹੈ ਕਿ ਕਿਤੇ ਨਾ ਕਿਤੇ ਸਾਰੀ ਵੋਟਾਂ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਕਿਤੇ ਨਾ ਕਿਤੇ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਤੇ ਖਾਸ ਕਰਕੇ ਇੱਕ ਖਾਸ ਜਿਹੜਾ ਵਰਗ ਹੈ ਮੁਸਲਿਮ ਸੁਸਾਇਟੀ, ਉਹਨਾਂ ਦੇ ਜਿਹੜੇ ਵਿੱਚ 4 ਮੈਰਿਜਸ ਦਾ ਕੰਸੈਪਟ ਹੈ ਜਾਂ ਜਿਹੜੇ ਉਹਨਾਂ ਦੇ ਹੋਰ ਕਲਚਰਲ ਰਾਈਟਸ ਨੇ ਉਹਨਾਂ ਨੂੰ ਖਤਮ ਕਰਨ ਦੀ ਜਿਹੜੀ ਹੈ ਕਿਤੇ ਨਾ ਕਿਤੇ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਦੁਆਰਾ। ਦੂਜੇ ਪਾਸੇ ਇਹ ਵੀ ਗੱਲ ਇੱਥੇ ਦੇਖਣੀ ਬਣਦੀ ਹੈ ਕਿ ਜਦੋਂ ਅਸੀਂ ਭਾਰਤੀ ਸੰਵਿਧਾਨ ਦੀ ਧਾਰਾ 15 ਨੂੰ ਪੜ੍ਹ ਕੇ ਦੇਖੀਏ,
ਉਹਦੇ ਵਿੱਚ ਵੀ ਜਿਹੜੇ ਸਪੈਸ਼ਲ ਰਾਈਟਸ ਦੀ ਗੱਲ ਕੀਤੀ ਹੈ, ਸਪੈਸ਼ਲ ਪ੍ਰੋਵੀਜ਼ਨਸ ਬਣਾਏ ਜਾ ਸਕਦੇ ਨੇ। ਆਰਟੀਕਲ 25 ਨੂੰ ਦੇਖੀਏ ਜਿਹੜਾ ਧਾਰਮਿਕ ਆਜ਼ਾਦੀ ਦੀ ਗੱਲ ਕਰਦਾ ਹੈ। ਹੋਰ ਵੀ ਪ੍ਰੋਵੀਜ਼ਨਸ ਨੇ, ਆਰਟੀਕਲ 27 29 ਵਗੈਰਾ ਦੀ ਆਪਾਂ ਗੱਲ ਕਰ ਲਈਏ, ਜਿਹਦੇ ਵਿੱਚ ਜਿਹੜੇ ਕਲਚਰਲ ਰਾਈਟਸ ਦੀ ਗੱਲ ਕੀਤੀ ਗਈ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰ ਦੀ ਜਿਹੜੀ ਨੀਅਤ ਵੀ ਇਹ ਸਾਹਮਣੇ ਕਿਤੇ ਨਾ ਕਿਤੇ ਸਰਕਾਰ ਦੀ ਨਜ਼ਰ ਆ ਰਹੀ ਹੈ। ਤਾਂ ਇਹ ਹੁਣ ਦੇਖਣਾ ਹੋਏਗਾ ਕਿ ਸਰਕਾਰ ਨੇ, ਕਿਉਂਕਿ ਅਜੇ ਅਧਿਕਾਰਿਕ ਤੌਰ ਦੇ ਉੱਪਰ ਜਿਹੜਾ ਸਰਕਾਰ ਨੇ ਯੂਨੀਫਾਰਮ ਸਿਵਲ ਕੋਡ ਦਾ ਜਿਹੜਾ ਖਰੜਾ ਵਾ, ਜਿਹਨੂੰ ਆਪਾਂ ਡਰਾਫਟ ਕਹਿ ਦਈਏ, ਉਹ ਪਬਲਿਕਲੀ ਨਹੀਂ ਕੀਤਾ। ਜਿੰਨਾ ਚਿਰ ਉਹ ਸਾਹਮਣੇ ਨਹੀਂ ਆਉਂਦਾ ਤਾਂ ਕੁਝ ਵੀ ਜਿਹੜਾ ਪੱਕੇ ਤੌਰ ਦੇ ਉੱਪਰ ਕਹਿਣਾ ਮੈਂ ਉਹ ਪੋਸੀਬਲ ਨਹੀਂ ਹੈ। ਤਾਂ ਇਹ ਦੇਖਣਾ ਹੋਏਗਾ ਕਿ ਹੁਣ ਸਰਕਾਰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹਦਾ ਡਰਾਫਟ ਕਿਸ ਤਰ੍ਹਾਂ ਦਾ ਇੰਟਰੋਡਿਊਸ ਕਰਦੀ ਹੈ। ਕਿ ਹਿੰਦੂ ਮੈਰਿਜ ਐਕਟ ਜਾਂ ਹਿੰਦੂ ਸਕਸੈਸ਼ਨ ਐਕਟ ਜਾਂ ਹਿੰਦੂ ਜਿਹੜੇ ਲਾਜ਼ ਨੇ ਉਹਨਾਂ ਨੂੰ ਹੀ ਯੂਨੀਫਾਰਮ ਸਿਵਲ ਕੋਡ ਦੀ ਜਿਹੜੀ ਆ ਰੰਗਤ ਦੇ ਕੇ ਕਿਤੇ ਨਾ ਕਿਤੇ ਜਿਹੜੇ ਪਰਸਨਲ ਲਾਜ਼ ਨੇ ਉਹਨਾਂ ਨੂੰ ਖੁੱਡੇ ਲਾਈਨ ਲਾਇਆ ਜਾਂਦਾ ਵਾ, ਜਾਂ ਇੱਕ ਜਿਹੜਾ ਵਾ ਪੂਰਾ ਸਹੀ ਤਰੀਕੇ ਦੇ ਨਾਲ ਇਸ ਕਾਨੂੰਨ ਨੂੰ ਜਿਹੜਾ ਲਾਗੂ ਕੀਤਾ ਜਾਂਦਾ ਹੈ। ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਹਾਂ, ਇਹ ਗੱਲ ਜ਼ਰੂਰ ਇੱਥੇ ਬਣਦੀ ਹੈ ਕਿ ਸਾਨੂੰ ਇੱਕ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਸਾਡੇ ਪਰਸਨਲ ਲਾਜ਼ ਕੀ ਨੇ ਤੇ ਯੂਨੀਫਾਰਮ ਸਿਵਲ ਕੋਡ ਕੀ ਹੈ ਤੇ ਇਹਦਾ ਪ੍ਰਭਾਵ ਕੀ ਪਏਗਾ। ਤੇ ਆਸ ਕਰਦੇ ਹਾਂ ਕਿ ਸਰਕਾਰ ਇਸ ਪੱਖ ਨੂੰ ਜ਼ਰੂਰ ਜਿਹੜਾ ਵਿਚਾਰੇਗੀ। ਤੇ ਪੰਜਾਬ ਸਰਕਾਰ ਦੇ ਪੱਖ ਤੋਂ ਆਪਾਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸਰਕਾਰ ਦੀ ਰਿਸਪੌਂਸਿਬਿਲਟੀ ਬਣਦੀ ਹੈ, ਕਿਉਂਕਿ ਬੜੇ ਵੱਡੇ ਬਹੁਮਤ ਦੇ ਨਾਲ ਹੈਗੀ ਹੈ, ਤਾਂ ਉਹ ਵੀ ਇਸ ਪੱਖ ਦੇ ਉੱਪਰ ਆਪਣੀ ਜਿਹੜੀ ਆ ਗੱਲ ਕਰੇ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਜਾਂ ਸਿੱਖ ਸੰਸਥਾਵਾਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਧਾਰਮਿਕ ਤੌਰ ਤੇ ਜ਼ਿੰਮੇਵਾਰੀ ਉਹਨਾਂ ਦੀ ਵੀ ਬਣਦੀ ਹੈ। ਸਿਰਫ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬੈਠ ਕੇ ਮਤੇ ਪਾਸ ਕਰ ਦੇਣ ਦੇ ਨਾਲ ਜਾਂ ਜਕਾਰੇ ਛੱਡ ਦੇਣ ਦੇ ਨਾਲ ਇਹ ਮਸਲੇ ਹੱਲ ਨਹੀਂ ਹੋਣੇ, ਕਿਉਂਕਿ ਜਿੰਨਾ ਚਿਰ ਜ਼ਮੀਨੀ ਪੱਧਰ ਦੇ ਉੱਪਰ ਉਸ ਪਲੇਟਫਾਰਮ ਦੇ ਉੱਪਰ ਜਾ ਕੇ ਗੱਲ ਨਹੀਂ ਕੀਤੀ ਜਾਂਦੀ ਜਿੱਥੋਂ ਇਸ ਕਾਨੂੰਨ ਨੇ ਬਣ ਕੇ ਸਾਹਮਣੇ ਆਉਣਾ ਹੈ ਜਾਂ ਇੰਪਲੀਮੈਂਟ ਕਰਨਾ ਹੈ। ਤਾਂ ਆਸ ਕਰਦੇ ਹਾਂ ਕਿ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਾਂ ਜਿਹੜੇ ਬੁੱਧੀਜੀਵੀ ਵਰਗ ਹੈ ਉਹ ਆਪਣੀ ਜਿਹੜੀ ਹੈ ਜ਼ਿੰਮੇਵਾਰੀ ਸਮਝਣਗੇ। ਤੇ ਸਰਕਾਰ ਵੀ ਕਾਹਲੀ ਦੇ ਵਿੱਚ ਜਿਹੜਾ ਕੰਮ ਕਰਦੀ ਦਿਖਾਈ ਦੇ ਰਹੀ ਹੈ ਉਸ ਨੂੰ ਥੋੜ੍ਹਾ ਜਿਹਾ ਸੋਚ ਵਿਚਾਰ ਕੇ ਦੇਖੇਗੀ, ਕਿਤੇ ਇਹ ਨਾ ਹੋਵੇ ਮਸਲਾ ਕਿਸਾਨੀ ਬਿੱਲਾਂ ਵਾਲਾ ਹੋ ਜਾਵੇ ਜਿਵੇਂ ਫਿਰ ਉਦੋਂ ਧਰਨੇ ਲੱਗੇ ਸੀ, ਸਰਕਾਰ ਨੂੰ ਝੁੱਕ ਕੇ ਕਾਨੂੰਨ ਵਾਪਸ ਲੈਣੇ ਪਏ। ਕਿਤੇ ਇਸ ਮਸਲੇ ਦੇ ਉੱਪਰ ਵੀ ਅਜਿਹਾ ਵਿਵਾਦ ਨਾ ਛਿੜ ਜਾਵੇ। ਇਸ ਨਾਲ ਜਿੱਥੇ ਦੇਸ਼ ਦਾ ਆਪਾਂ ਕਹ ਲਈਏ ਕਿ ਸਰਮਾਇਆ ਖਰਾਬ ਹੋਏਗਾ, ਉੱਥੇ ਸਮਾਂ ਖਰਾਬ ਹੋਏਗਾ, ਉੱਥੇ ਕਿਤੇ ਨਾ ਕਿਤੇ ਫਿਰਕਿਆਂ ਦੇ ਵਿੱਚ ਜਿਹੜੀ ਹੈ ਨਫ਼ਰਤ ਦੀ ਵੀ ਜਿਹੜਾ ਕਨਸੈਪਟ ਇੰਟਰੋਡਿਊਸ ਹੋ ਸਕਦਾ, ਕ੍ਰੀਏਸ਼ਨ ਹੋ ਸਕਦੀ ਹੈ। ਇਹ ਹੁਣ ਸਰਕਾਰਾਂ ਦੇ ਉੱਪਰ ਡਿਪੈਂਡ ਹੈ। ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਜਲਦੀ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਵਿਸ਼ੇ ਦੇ ਨਾਲ ਕਿਸੇ ਨਵੇਂ ਮਹਿਮਾਨ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਉਸ ਵੇਲੇ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।